पिछले हफ्ते की क्लास की समाप्ति ते असी ਐਲਾਨੀਆਂ ਬਾਣੀ ਦੇ ਸ਼ਬਦਾਂ ਦੀ ਸਮਰੀ ਦੀ ਸੰਪੂਰਨਤਾ ਕੀਤੀ ਹੈ। ਸੰਗਤ ਤੋਂ ਮਿਲੇ ਸੁਝਾਅ ਦੇ ਮੁਤਾਬਕ ਅੱਜ ਤੋਂ ਅਸੀਂ ਸਤਬਾਣੀ ਦੀ ਵਿਚਾਰ ਆਰੰਭ ਕਰਾਂਗੇ। ਇਸ ਤੋਂ ਪਹਿਲਾਂ ਕਿ ਸਤਬਾਣੀ ਦਾ ਪਾਠ ਅਤੇ ਉਸ ਦੇ ਭਾਵ-ਅਰਥ, ਉਸ ਦੇ ਸ਼ਬਦ-ਅਰਥ ਕੀਤੇ ਜਾਣ, ਕੁਝ ਇੱਕ ਗੱਲਾਂ ਸਤਬਾਣੀ ਦੇ ਪਿਛੋਕੜ ਦੇ ਬਾਰੇ ਕਰਨੀਆਂ ਜ਼ਰੂਰੀ ਹਨ। ਇਹ ਬਾਣੀ ਕਿਹਦੇ ਵੱਲੋਂ ਰਚੀ ਗਈ, ਕਿਹਨਾਂ ਹਾਲਾਤਾਂ ਵਿੱਚ ਰਚੀ ਗਈ ਔਰ ਇਹਦਾ ਕੀ ਅਹਿਮੀਅਤ ਹੈ, ਕੀ ਇੰਪੋਰਟੈਂਸ ਹੈ, ਇਹ ਗੱਲਾਂ ਸਮਝਣੀਆਂ ਕਾਫੀ ਜ਼ਰੂਰੀ ਹਨ। ਕੁਝ ਇੱਕ ਚੀਜ਼ਾਂ ਅਸੀਂ ਜਿਹੜੇ ਆਪਣੇ ਭਾਰਤੀ ਸਮਾਜ ਵਿੱਚ ਜੋ ਸਿਚੁਏਸ਼ਨ ਹੈ ਉਹਦੇ ਬਾਰੇ ਅਸੀਂ ਬਹੁਤ ਸਾਰੇ ਲੋਕ ਵਾਕਿਫ ਵੀ ਹਾਂ, ਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ, ਤੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦੇ ਵਾਸਤੇ ਵੀ ਕੁਝ ਇੱਕ ਚੀਜ਼ਾਂ ਦੁਹਰਾ ਲੈਣੀਆਂ ਜ਼ਰੂਰੀ ਹੋਣਗੀਆਂ। ਸਤਬਾਣੀ ਦਾ ਜੋ ਸਿਰਲੇਖ ਹੈ, ਬਾਣੀ ਦਾ ਸਿਰਲੇਖ ਹੈ ਸਦ, ਔਰ ਇਹ ਬਾਣੀ ਰਾਮਕਲੀ ਰਾਗ ਦੇ ਅੰਦਰ ਹੈ। ਤੇ ਇਸ ਕਰਕੇ ਇਹਦਾ ਪਪੂਲਰ ਨਾਮ ਜਿਹੜੇ ਲੋਕੀ ਆਮ ਕਈ ਲੈਂਦੇ ਹਨ, ਸਿੱਧਾ ਇਹਨੂੰ ਰਾਮਕਲੀ ਸਦ ਕਹਿ ਦਿੰਦੇ ਹਨ। तो ये रामकली राग के अंदर बाणी सद है। बाणी का जो टाइटल है, नाम है, वो सद है। सद का अर्थ होता है सद्दा। किस सद्दे की गल हो रही है? वो है मनुख की अंतम यात्रा का, मनुख की जीवन यात्रा की समाप्ति का सद्दा, जो परमात्मा वालों इंसान की रूह नूं, इंसान के जीवन नूं आंदा है। सो ये अंतम जो इंसान का जिंदगी का समा है, ਉਹਦੇ ਨਾਲ ਸੰਬੰਧਿਤ ਜੋ ਕੰਮ ਕੀਤੇ ਜਾਂਦੇ ਹਨ, ਜੋ ਸੰਸਕਾਰ, ਜੋ ਮਰਿਆਦਾ, ਜੋ ਚੀਜ਼ ਭਾਰਤੀ ਸਮਾਜ ਦੇ ਅੰਦਰ ਹੁੰਦੀਆਂ ਨੇ ਆਮ ਸਾਡੇ ਪਰਿਵਾਰਾਂ ਵਿੱਚ, ਉਹਨਾਂ ਦਾ ਰੈਫਰੈਂਸ ਵੀ ਇਸ ਬਾਣੀ ਦੇ ਅੰਦਰ ਆਂਦਾ ਹੈ। ਤੇ ਕੀ ਕਰਨਾ ਡਿਜ਼ਾਇਰੇਬਲ ਹੈ, ਕੀ ਨਹੀਂ ਡਿਜ਼ਾਇਰੇਬਲ, ਉਹਨਾਂ ਦਾ ਵਰਣਨ ਇਸ ਬਾਣੀ ਦੇ ਅੰਦਰ ਹੈ। ਇਸ ਬਾਣੀ ਦੇ ਜੋ ਰਚਨਹਾਰ ਹਨ ਉਹ ਹਨ ਬਾਬਾ ਸੁੰਦਰ ਜੀ। ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੁੱਤਰੇ ਹਨ। गुरु अमरदास जी का बेटा मोरी, मोरी का पुत्र आनंद, ते आनंद का पुत्र सुंदर। सो ये इस बाणी के रचनकार हैं। आप जिवें जानते ही हो कि गुरु अमरदास पातशाह सारे गुरु साहबान के विचों सब तो वडेरी उम्र के गुरु साहब हुए हैं। ਵੱਖ-ਵੱਖ इतिहासकारों के मुताबिक किसी ने उन्होंने उम्र 103 साल भी लिखी है, किसी ने 95 साल लिखी है, पर सारे 10 गुरु साहबान चों सब तो वडेरी उम्र के जो गुरु साहबान ने जिन्होंने जीवन भोगिया है वो गुरु अमरदास पातशाह हैं। सो जिस वेले उन्होंने अंतम चलाने का समा आया है तो उस वेले उन्होंने अपने परिवार को इकट्ठा करके कुछ एक सेधा दित्तियां, कुछ एक गल्लां समझाइयां। जो गल्लां गुरु अमरदास पातशाह ने अपने परिवार के मैंबरां को दसियां, जो सेधा दित्तियां, उन्होंने ही इस बाणी के अंदर बाबा सुंदर जी ने अंकित किया है। सो बाणी के रचनकार भावें बाबा सुंदर जी हैं, पर ये अंदर जो कंटेंट है, जो सेध दी गई है, जो उपदेश है, वो गुरु अमरदास जी वालों प्राप्त किया हुआ उपदेश ही है। तो इन्हां दे अंदरों जो सानू शिक्षा मिलती है, इन्हां पौड़ियों के विचों जो बाणी दी पौड़ियां हैं, जो छंत हैं, उन्होंने असी गुरु अमरदास पातशाह का ही हुक्म मन के जो है प्रवान करते हाँ, ਉਹਦੇ ਅੱਗੇ ਸੀਸ ਝੁਕਾਉਂਦੇ ਹਾਂ। जो हुण कंटैक्सट है, जिस कंटैक्सट ਦੇ ਵਿੱਚ ਇਹ ਉਪਦੇਸ਼ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੀਤਾ, ਉਹ ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਅੰਤਮ ਸਮੇਂ ਦਾ ਸਮਾਂ ਹੈ, ਕੰਟੈਕਸਟ ਹੈ, ਜਿਸ ਕੰਟੈਕਸਟ 'ਚ ਗੱਲ ਕੀਤੀ ਗਈ। ਆਪਣੇ ਚਲਾਣੇ ਤੋਂ ਕੁਝ ਇੱਕ ਦਿਨ ਪਹਿਲਾਂ ਇਹ ਵਿਚਾਰ ਵਟਾਂਦਰਾ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤਾ। ਹੁਣ ਇਹਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ਗਈ? ਉਹਦਾ ਕਾਰਨ ਇਹ ਸੀਗਾ ਕਿ ਬਈ ਚਾਹੇ गुरु घर के जो सिक्ख्या प्राप्त करने वाले गुरु के सिख जड़े सन, वो गुरु के हर हुक्म नूं, हर उपदेश नूं सिर मत्थे प्रवान करते सी, पर रहिंदे तां उस समाज विच सन ना जिस समाज के अंदर बहुतात हिंदू मत की फॉलोअर सी, सनातन मत के मनण वाले बहुतात मेजोरिटी उन्हां लोकां दी सी। ते बहुते फॉलोअर जड़े सन गुरु घर के, उन्हां दा भी ओरिजिन पहलां
ਉਸੇ ਸਨਾਤਨ ਮਤ ਦੇ ਪਰਿਵਾਰਾਂ ਦੇ ਵਿੱਚੋਂ ਹੀ ਸੀਗਾ। ਮੁਸਲਮਾਨੀ ਮਤ ਦੇ ਵਿੱਚੋਂ ਵੀ ਗੁਰੂ ਪਾਤਸ਼ਾਹ ਦੇ ਕਈ ਸਿੱਖ ਬਣੇ, ਪਰ ਮੈਜੋਰਿਟੀ ਉਹਨਾਂ ਵਿੱਚੋਂ ਵੀ ਬਹੁਤੇ ਹਿੰਦੂ ਪਰਿਵਾਰਾਂ ਵਿੱਚੋਂ ਹੀ ਆਏ ਸਨ। ਤੇ ਜਿਸ ਪਰਿਵਾਰ 'ਚ ਇਨਸਾਨ ਦਾ ਜਨਮ, ਪਾਲਣ ਪੋਸ਼ਣ ਹੋਇਆ ਹੋਵੇ, ਜੋ ਕੁਝ ਉਹਨੇ ਆਪਣੇ ਆਲੇ ਦੁਆਲੇ ਵੇਖਿਆ ਹੋਵੇ, ਉਹ ਚੀਜ਼ਾਂ ਸਹਿਜੇ ਹੀ ਉਹਦੇ ਘਰ ਦੇ ਅੰਦਰ, ਉਹਦੇ ਮਨ ਦੇ ਅੰਦਰ ਪੱਕੀਆਂ ਘਰ ਕਰ ਲੈਂਦੀਆਂ ਹਨ ਤੇ ਉਹਨਾਂ ਨੂੰ ਉਹ ਨੈਚੁਰਲੀ ਐਕਸੈਪਟ ਕਰਨਾ ਸ਼ੁਰੂ ਕਰ ਦਿੰਦਾ ਹੈ। ਈਵਨ ਅੱਜ ਦੇ ਜ਼ਮਾਨੇ 'ਚ ਵੀ ਤੁਸੀਂ ਦੇਖੋ ਤੇ ਸਾਡੇ ਆਮ ਬੋਲਚਾਲ ਦੇ ਅੰਦਰ ਕਈ ਚੀਜ਼ਾਂ, ਕਈ ਮੁਹਾਵਰੇ ਸਹਿਜੇ ਹੀ ਸਾਡੇ ਬੋਲਚਾਲ ਵਿੱਚ ਆ ਜਾਂਦੇ ਹਨ, ਜਿਨ੍ਹਾਂ ਦਾ origin ਸਨਾਤਨ ਮਤ ਦੀ ਵਿਚਾਰਧਾਰਾ ਵਿੱਚ ਹੁੰਦਾ ਹੈ ਔਰ ਸਾਡਾ ਉਹਨਾਂ ਚੀਜ਼ਾਂ 'ਚ ਵਿਸ਼ਵਾਸ ਹੁੰਦਾ ਵੀ ਨਹੀਂ ਹੈ। ਪਰ ਉਹ ਆਮ ਵਰਤੋਂ 'ਚ ਇਵੇਂ ਆ ਜਾਂਦੇ ਹਨ ਕਿ ਸਾਨੂੰ ਇਹ ਲੱਗਦਾ ਹੀ ਨਹੀਂ ਕਿ ਵੀ ਇਹਨਾਂ ਦੇ ਅੰਦਰ ਕੋਈ ਕਿਸੇ ਫਿਰਕੇ ਦੀ, ਕਿਸੇ ਧਾਰਮਿਕ ਮਨੌਤ ਦੀ ਕੋਈ ਗੱਲ ਹੈ, ਭਾਵਨਾ ਹੈ। ਜਿਵੇਂ ਮੈਨੂੰ ਯਾਦ ਹੈ ਕਿ ਬਈ ਅਸੀਂ ਜਦੋਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਹੁੰਦੇ ਸਾਂ ਕਿ ਬਈ ਜੇ ਕੋਈ ਬੰਦਾ ਕਿਸੇ ਕੰਮ ਦੇ ਵਾਸਤੇ ਪਲਾਨ ਕਰੇ ਕਿ ਬਈ ਮੈਂ ਫਲਾਣੀ ਜਗ੍ਹਾ ਜਾਣਾ ਹੈ ਜਾਂ ਫਲਾਣਾ ਕੰਮ ਕਰਨਾ ਹੈ, ਤੇ ਫਿਰ ਐਨ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਵਿਚਾਰ ਆਪਣਾ ਬਦਲ ਲਵੇ। ਮੰਨ ਲਓ ਜਿਵੇਂ ਕਿਸੇ ਨੇ ਕੋਈ ਟੂਰ ਆਪਣਾ ਆਰਗੇਨਾਈਜ਼ ਕੀਤਾ ਹੋਵੇ ਤੇ ਜਿਸ ਦਿਨ ਜਾਣਾ ਹੋਵੇ ਉਸ ਤੋਂ ਇੱਕ ਦਿਨ ਪਹਿਲਾਂ ਉਹਨੇ ਆਪਣਾ ਟੂਰ ਕੈਂਸਲ ਕਰ ਦਿੱਤਾ, ਤਾਂ ਵੱਡੇ ਬਜ਼ੁਰਗ ਕੀ ਪੁੱਛਦੇ, ਹੁਣ ਕੀ ਬਿੱਲੀ ਨਿੱਛ ਗਈ ਹੈ, ਤੂੰ ਆਪਣਾ ਟੂਰ ਕੈਂਸਲ ਕਰ ਦਿੱਤਾ ਹੈ। ਹੁਣ ਬਿੱਲੀ ਦਾ ਨਿੱਛ ਮਾਰਨਾ ਸਾਡੇ ਮਨੌਤ ਵਿੱਚ ਕੋਈ ਚੀਜ਼ ਹੈ ਨਹੀਂ ਹੈ, ਨਾ ਹੀ ਅਸੀਂ ਇਸ ਭਰਮ ਵਿੱਚ ਪੈਂਦੇ ਹਾਂ। ਪਰ ਭਾਰਤੀ ਸਮਾਜ ਦੇ ਅੰਦਰ ਇਹੋ ਜਿਹੇ ਕਈ ਸਾਰੇ ਭਰਮ ਵਹਿਮ ਹਨ। ਬਿੱਲੀ ਰਸਤਾ ਕੱਟ ਜਾਵੇ, ਬਿੱਲੀ ਨਿੱਛ ਮਾਰ ਦੇਵੇ, ਅੱਗੋਂ ਕੋਈ ਬੰਦਾ ਹੋਰ ਜਿਹੜਾ ਅਨਐਕਸੈਪਟੇਬਲ ਟਾਈਪ ਦਾ ਬੰਦਾ ਟੱਕਰ ਪਵੇ, ਤੇ ਇਹ ਹਿੰਦੂ ਸਮਾਜ ਦੇ ਵਿੱਚ ਸਾਰੇ ਨਾ ਭੈੜੇ ਲੱਛਣ ਗਿਣੇ ਜਾਂਦੇ ਹਨ, ਭੈੜੇ ਸਾਈਨ ਗਿਣੇ ਜਾਂਦੇ ਹਨ, ਤੇ ਲੋਕੀ ਆਪਣਾ ਕੰਮ ਜਿਹੜਾ ਪਲਾਨ ਕੀਤਾ ਹੁੰਦਾ ਹੈ ਉਹਨੂੰ ਵੀ ਤੋੜ ਦਿੰਦੇ ਹਨ, ਛੱਡ ਦਿੰਦੇ ਹਨ। ਜਿਵੇਂ ਮੈਨੂੰ ਯਾਦ ਹੈ, ਮੈਂ ਆਪਣੇ ਕਾਲਜ ਡੇਜ਼ ਦੀ ਗੱਲ ਹੈ ਕਿ ਅਸੀਂ ਬੱਸ ਦੇ ਵਿੱਚ ਟਰੈਵਲ ਕਰਦੇ ਸੀਗੇ, ਤੇ ਐਵੇਂ ਇੱਕ ਵਾਰੀ ਅਸੀਂ ਮੁੰਡੇ ਇਕੱਠੇ ਬੈਠੇ ਤੇ ਕਿਸੇ ਨੇ ਮੈਨੂੰ ਸ਼ਰਾਰਤ ਸੁਝੀ, ਤੇ ਜਿਉਂ ਹੀ ਅਸੀਂ ਟਰਮੀਨਲ ਪੁਆਇੰਟ ਤੋਂ ਹੀ ਬੱਸ ਪਕੜਦੇ ਸੀ ਜਿੱਥੋਂ ਬੱਸ ਦਾ ਪਹਿਲਾ ਪੁਆਇੰਟ ਹੁੰਦਾ ਸੀ। ਜਿਉਂ ਹੀ ਡਰਾਈਵਰ ਆਇਆ ਅੰਦਰ ਤੇ ਉਹਨੇ ਆ ਕੇ ਬੱਸ ਦਾ ਇੰਜਨ ਸਟਾਰਟ ਕੀਤਾ ਤੇ ਮੈਂ ਆਪਣੇ ਵੱਲੋਂ ਨਕਲੀ ਜਿਹੀ ਨਿੱਛ ਮਾਰ ਦਿੱਤੀ। ਉਹ ਡਰਾਈਵਰ ਨੇ ਉਸੇ ਵੇਲੇ ਇੰਜਨ ਬੰਦ ਕਰ ਦਿੱਤਾ। ਇਹ ਸਰ ਜੀ ਇਹ ਕਿਆ ਕਰ ਦਿਆ ਆਪ? ਅਸੀਂ ਸਾਰੇ ਹੱਸਣ ਲੱਗ ਪਏ ਤੇ ਉਹਨੂੰ ਵੀ ਗੱਲ ਸਮਝ ਆ ਗਈ ਕਿ ਵੀ ਇਹਨਾਂ ਨੇ ਸ਼ਰਾਰਤ ਕੀਤੀ ਹੈ, ਵੀ ਐਵੇਂ ਨਿੱਛ ਆਈ ਨਹੀਂ ਸੀ, ਨਕਲੀ ਨਿੱਛ ਹੈ। ਪਰ ਉਹਨਾਂ ਦੇ ਮਨਾਂ ਦੇ ਅੰਦਰ ਨਿੱਛ ਦਾ ਇਤਨਾ ਜ਼ਿਆਦਾ ਪ੍ਰਭਾਵ ਘਰ ਕੀਤਾ ਹੋਇਆ ਹੈ ਕਿ ਉਹ ਇਹ ਇਮੇਜਿਨ ਹੀ ਨਹੀਂ ਕਰ ਸਕਦੇ ਵੀ ਕੋਈ ਨਿੱਛ ਮਾਰੇ ਤੇ ਅਸੀਂ ਉਸੇ ਵੇਲੇ ਆਪਣਾ ਕੰਮ ਸ਼ੁਰੂ ਕਰਨਾ ਹੈ। तो इस तरीके ਦੇ ਕਈ ਸਾਰੇ ਬੋਰੋਡ ਜਿਹੜੇ ਕਨਸੈਪਟ ਹੁੰਦੇ ਨੇ, ਵਿਸ਼ਵਾਸ ਹੁੰਦੇ ਨੇ, ਉਹ ਸਾਡੀ ਆਮ ਜ਼ਿੰਦਗੀ ਦੇ ਵਿੱਚ ਵੈਸੇ ਹੀ ਅਡਾਪਟ ਹੋ ਜਾਂਦੇ ਨੇ। ਤੋ ਜਿਹੜੇ ਮਰਨੇ ਦੇ ਨਾਲ, ਮ੍ਰਿਤਕ ਸੰਸਕਾਰ ਦੇ ਨਾਲ ਸੰਬੰਧਿਤ ਰਸਮਾਂ ਹੈਗੀਆਂ ਨੇ, ਉਹ ਤਾਂ ਵੈਸੇ ਵੀ ਜਿਹੜੀਆਂ ਨੇ ਬੜੀਆਂ ਡੀਪ ਰੂਟਡ ਹੈਗੀਆਂ ਨੇ, ਪੁਰਾਣੇ ਕਈ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਹਿੰਦੂ ਸਮਾਜ ਦੇ ਅੰਦਰ ਚਲਦੀਆਂ ਆ ਰਹੀਆਂ ਨੇ। ਤੇ ਸੌਖੇ ਕੀਤੀਆਂ ਉਹਨਾਂ ਨੂੰ ਤਬਦੀਲ ਕਰਨਾ ਨਵੇਂ ਧਰਮ ਨੂੰ ਅਡਾਪਟ ਕਰਨ ਵਾਲਿਆਂ ਵਾਸਤੇ ਵੀ ਕੋਈ ਸੌਖਾ ਨਹੀਂ ਸੀ ਹੁੰਦਾ। तो इसलिए गुरु अमरदास पातशाह ने इस गल नूं जरूरी समझिया कि होर कई प्रथावां उन्होंने अपने गुरु काल के दौरान जिवें सती प्रथा वगैरह उन्होंने गुरु साहब ने बड़ा जोर दे के समाज के विचों हटाने का उद्यम किया। इवें ही अंतिम संस्कार दी रस्मां बारे ਜਿਹੜੇ ਹੋਰ कई भरम वहम सी उन्होंने तोड़न वास्ते गुरु अमरदास पातशाह ने उचेचे तौर के उत्ते अपने परिवारक मैंबरां नूं ये सेध दित्ती कि भी ये काम करने हैं, ये काम नहीं करने। तो ਉਹ ਉਹਨਾਂ ਦੇ ਫਿਰ ਇਹਨਾਂ ਉਪਦੇਸ਼ਾਂ ਨੂੰ ਬਾਬਾ ਸੁੰਦਰ ਸਿੰਘ ਜੀ ਨੇ ਇਸ ਬਾਣੀ ਦੇ ਵਿੱਚ ਅੰਕਿਤ ਕੀਤਾ। तो ਜਿਹੜੇ ਉਹ ਪ੍ਰਚਲਿਤ ਭਰਮ ਵਹਿਮ ਸੀਗੇ, ਕੁਝ ਇੱਕ ਸੰਖੇਪ ਜਾਣਕਾਰੀ ਅਸੀਂ ਉਹਨਾਂ ਬਾਰੇ ਹੁਣ ਸਾਂਝੀ ਕਰਦੇ ਹਾਂ। ਹੁਣ ਜਦੋਂ ਵੀ ਹਿੰਦੂ ਘਰ ਵਿੱਚ ਕੋਈ ਪ੍ਰਾਣੀ ਮਰਨ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਕੀ ਹੈ ਕਿ ਉਹਦੇ ਘਰ ਦੇ ਮੈਂਬਰ ਜਿਹੜੇ ਹਨ ਉਹਨਾਂ ਨੂੰ ਜੋ ਕੁਝ ਪੰਡਤਾਂ ਨੇ ਸਮਝਾਇਆ ਹੁੰਦਾ ਹੈ ਵੀ ਇਹ ਸ਼ਾਸਤਰਾਂ ਦੀ ਮਰਿਆਦਾ ਹੈ, ਉਹਦੇ ਅਨੁਸਾਰ ਇਹ ਕੰਮ ਕਰਨੇ ਹਨ। ਤੇ ਉਹਨਾਂ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਮਰਨ ਤੋਂ ਪਹਿਲਾਂ ਹੀ ਮਰਨ ਵਾਲੇ ਪ੍ਰਾਣੀ ਨੂੰ ਮੰਜੇ ਤੋਂ ਥੱਲੇ ਲਾ ਦੇਣਾ। ਮੰਜੇ ਦੇ ਉੱਤੇ ਮੌਤ ਹੋ ਜਾਵੇ ਉਹਨਾਂ ਵਾਸਤੇ ਬੜੀ ਅਪਸ਼ਗਨੀ ਹੁੰਦੀ ਹੈ, ਭੈੜਾ ਕੰਮ ਹੁੰਦਾ, ਗਲਤ ਕੰਮ ਹੋ ਜਾਂਦਾ ਹੈ ਕਿ ਬੰਦਾ ਮੰਜੇ ਤੇ ਹੀ ਮਰ ਗਿਆ, ਇਹ ਉਹਨਾਂ ਵਾਸਤੇ ਮਾੜੀ ਗੱਲ ਹੈ। ਤਾਂ ਉਹਨਾਂ ਦੇ ਵਾਸਤੇ ਡਾਇਰੈਕਸ਼ਨ ਹੈ ਕਿ ਵੀ ਜੇ ਪਤਾ ਲੱਗ ਜਾਏ ਤੁਹਾਨੂੰ ਬੰਦਾ ਅੰਤਲੇ ਸਵਾਸਾਂ ਤੇ ਹੈ ਕਿ ਉਹਨੂੰ ਮੰਜੇ ਤੋਂ ਥੱਲੇ ਲਾ ਦਿਓ। ਜੇ ਤੇ ਕੋਈ ਐਵੇਂ ਚੱਦਰ ਜਾਂ ਪਰਾਲੀ ਜਿਹੀ ਵਿਛਾ ਕੇ ਉਹਦੇ ਉੱਤੇ ਕੱਪੜਾ ਦੇ ਕੇ
ਉਹਨੂੰ ਉਹਦੇ ਉੱਤੇ ਫਿਰ ਉਹਨੂੰ ਉਸ ਬਿਮਾਰ ਬੰਦੇ ਨੂੰ ਜਾਂ ਜਿਹੜਾ ਵੀ ਮਰਨ ਕਿਨਾਰੇ ਬੰਦਾ ਹੈ ਉਹਨੂੰ ਉੱਤੇ ਲਿਟਾ ਦਿੱਤਾ ਜਾਂਦਾ ਹੈ। ਫਿਰ ਉਸ ਤੋਂ ਅਗਲੀ ਡਿਊਟੀ ਕੀ ਹੈ ਪਰਿਵਾਰ ਦੇ ਮੈਂਬਰਾਂ ਦੀ, ਇਹ ਉਹਦੇ ਹੱਥ ਦੀ ਤਲੀ ਦੇ ਉੱਤੇ ਇੱਕ ਆਟੇ ਦਾ ਦੀਵਾ ਰੱਖ ਕੇ ਉਹਦੇ ਵਿੱਚ ਤੇਲ ਪਾਇਆ ਹੋਇਆ, ਬੱਟੀ ਪਾਈ ਹੋਈ, ਉਹ ਦੀਵਾ ਜਗਾ ਕੇ ਉਹਦੇ ਹੱਥ ਤੇ ਰੱਖਣਾ ਹੁੰਦਾ ਹੈ। ਇਹਦੇ ਪਿੱਛੇ ਕੀ ਮਰਿਆਦਾ ਹੈ, ਕੀ ਭਾਵਨਾ ਹੈ? ਉਹ ਕਹਿੰਦੇ ਹਨ ਕਿ ਮਰਨ ਤੋਂ ਬਾਅਦ ਜਿਹੜਾ ਬੰਦਾ ਰੱਖਿਆ ਹੋਏਗਾ ਤਾਂ ਉਹਦਾ ਸਫਰ ਜਿਹੜਾ ਹੈ ਉਹ ਸੌਖਾ ਹੋਏਗਾ, ਉਹਨੂੰ ਚਾਨਣ ਨਜ਼ਰ ਆਏਗਾ। ਉਹਨਾਂ ਦਾ ਜਾਂ ਇਹ ਗੱਲ ਵੀ ਪੰਡਤਾਂ ਵੱਲੋਂ ਉਹਨਾਂ ਨੂੰ ਦਿੱਤੀ ਹੋਈ ਸਿੱਖਿਆ ਹੈ ਕਿ ਮਰਨ ਤੋਂ ਪਹਿਲੇ ਮਰਨ ਵਾਲੇ ਬੰਦੇ ਨੂੰ ਪੁੰਜੇ ਲਿਟਾਉਣਾ ਹੈ, ਮੰਜੇ ਤੇ ਨਹੀਂ ਰਹਿਣ ਦੇਣਾ, ਤੇ ਉਹਦੇ ਹੱਥ ਉੱਤੇ ਦੀਵਾ ਜਗਾ ਕੇ ਰੱਖਣਾ ਹੈ, ਤੇ ਨਾਲ ਹੀ ਦੀਵੇ ਦੇ ਨਾਲ ਆਪਣੀ ਸਮਰੱਥਾ ਦੇ ਮੁਤਾਬਕ ਜਿੰਨੀ ਤੁਹਾਡੀ ਕਪੈਸਿਟੀ ਹੈ ਦਾਨ ਕਰਨ ਦੀ, ਉਹਦੇ ਮੁਤਾਬਕ ਬ੍ਰਾਹਮਣ ਦੇਵਤੇ ਵਾਸਤੇ ਦਾਨ ਦੀ ਕੁਝ ਰਕਮ ਵੀ ਰੱਖਣੀ ਹੈ, ਚਾਹੇ ਚਾਂਦੀ ਦਾ ਜਾਂ ਸੋਨੇ ਦਾ ਕੋਈ ਸਿੱਕਾ, ਉਹ ਵੀ ਨਾਲ ਰੱਖਣਾ ਹੈ। ਇੱਕ ਗੱਲ ਆਪ ਨੋਟ ਕਰੋਗੇ, ਜਿੰਨੇ ਵੀ ਇਹਨਾਂ ਦੇ ਕਰਮ ਕਾਂਡ ਹੁੰਦੇ ਹਨ ਉਹਨਾਂ ਸਾਰਿਆਂ ਦੇ ਅੰਦਰ ਬ੍ਰਾਹਮਣ ਦਾ ਰੋਲ ਅਨਅਵੋਇਡੇਬਲ ਹੈ, ਪਰ ਬ੍ਰਾਹਮਣ ਨੂੰ ਦਾਨ ਦਕਸ਼ਨਾ ਦੇਣੀ ਉਹਦਾ ਇੰਟੈਗਰਲ ਪਾਰਟ ਹੁੰਦਾ ਹੈ। ਉਹਨਾਂ ਦੇ ਬਗੈਰ ਇਹਨਾਂ ਦੀ ਕੋਈ ਮਰਿਆਦਾ ਪੂਰੀ ਨਹੀਂ ਹੁੰਦੀ। ਤਾਂ ਹੁਣ ਬੰਦਾ ਮਰਨ ਵਾਲਾ ਹੈ, ਪਰ ਬ੍ਰਾਹਮਣ ਨੇ ਆਪਣਾ ਜਿਹੜਾ ਦਾਣਾ ਪਾਣੀ ਹੈ ਜਿਹੜਾ ਨਾ ਉਹਦਾ ਇੰਤਜ਼ਾਮ ਹਰ ਰਸਮ ਵਿੱਚ ਕੀਤਾ ਹੋਇਆ ਹੈ। ਤੋ ਮਰਨ ਲੱਗਿਆ ਜਿਹੜਾ ਦੀਵਾ ਰੱਖਣਾ ਹੈ ਉਹਦੇ ਨਾਲ ਵੀ ਬ੍ਰਾਹਮਣ ਦੇ ਵਾਸਤੇ ਕੁਝ ਭੇਟਾਂ ਰੱਖਣੀ ਜ਼ਰੂਰੀ ਹੈ। ਜਿਹੜਾ ਮਰਨ ਵਾਲੇ ਬੰਦੇ ਨੇ ਅੱਗੋਂ ਹੁਣ ਹਨੇਰੇ ਪੈਂਦੇ ਚ ਲੰਘਣਾ ਹੈ, ਉੱਥੇ ਰਾਹ ਦੇਖਣੇ ਚ ਇਹ ਦੀਵਾ ਉਹਦੀ ਮਦਦ ਕਰੇਗਾ, ਤੇ ਜਿਹੜਾ ਉਹਦੇ ਪਰ ਉਹਨੂੰ ਪਰਲੋਕ ਤੱਕ ਜਿਹੜਾ ਨਾ ਰਾਹ ਚ ਚਾਨਣ ਦਿੰਦਾ ਰਹੇਗਾ। ਹੁਣ ਬੰਦਾ ਮਰ ਜਾਂਦਾ ਹੈ, ਤਾਂ ਮਰਨ ਤੋਂ ਬਾਅਦ ਹੁਣ ਉਹਦੇ ਸਰੀਰ ਦਾ ਸੰਸਕਾਰ ਕਰਨਾ ਹੈ। ਤਾਂ ਸੰਸਕਾਰ ਵੀ ਕੋਈ ਇਹ ਨਹੀਂ ਹੈ ਵੀ ਸੌਖਾ ਜਿਹਾ ਕੰਮ ਹੈ। ਸਭ ਤੋਂ ਪਹਿਲਾਂ ਤਾਂ ਉਹਦੇ ਨਿਮਿਤ ਆਟੇ ਦੇ ਤੇ ਜੌਆਂ ਦੇ ਪੇੜੇ ਬਣਾ ਕੇ ਉਹਨਾਂ ਨੂੰ ਪਤਲਾਂ ਦੇ ਉੱਤੇ ਰੱਖ ਕੇ ਉਹਨਾਂ ਨੂੰ ਮਨਸਿਆ ਜਾਂਦਾ ਹੈ। ਮਨਸਿਆ ਜਾਂਦਾ ਹੈ ਮਤਲਬ ਕਿ ਉਹਦੇ ਨਿਮਿਤ ਉਹਨਾਂ ਨੂੰ ਈਅਰ ਮਾਰਕ ਕਰ ਦਿੱਤਾ ਜਾਂਦਾ ਹੈ ਕਿ ਇਹਦੇ ਅਕਾਊਂਟ 'ਚ ਅਸੀਂ ਕ੍ਰੈਡਿਟ ਕਰਨ ਵਾਸਤੇ ਬਣਾਏ ਨੇ। ਫਿਰ ਉਦੋਂ ਬ੍ਰਾਹਮਣ ਨੂੰ ਬੁਲਾਉਣਾ ਪੈਂਦਾ ਹੈ, ਉਹ ਆ ਕੇ ਪੁਰਾਣਾ ਦੇ ਕੁਝ ਮੰਤਰ ਮੁੰਤਰ ਪੜ੍ਹਦਾ ਹੈ, ਸੂਰਜ ਵੱਲ ਮੂੰਹ ਕਰਕੇ ਫਿਰ ਪਾਣੀ ਦੀ ਚੂਲੀਆਂ ਜਿਹੜੀਆਂ ਹਨ ਉਹ ਪਰਿਵਾਰ ਦੇ ਮੈਂਬਰਾਂ ਨੂੰ ਕਰਵਾਈਆਂ ਜਾਂਦੀਆਂ ਹਨ, ਤੇ ਇਹ ਸਮਝਿਆ ਜਾਂਦਾ ਹੈ ਕਿ ਵੀ ਇਸ ਤਰੀਕੇ ਦੇ ਨਾਲ ਉਹ ਜਿਹੜਾ ਬੰਦਾ ਵਿਛੜ ਗਿਆ ਹੈ, ਉਹ ਛੱਡ ਕੇ ਸਰੀਰ ਨੂੰ ਚਲਾ ਗਿਆ ਹੈ, ਉਹਦੀ ਰੂਹ ਨੂੰ ਕੋਈ ਖੁਰਾਕ ਜਿਹੜੀ ਚਾਹੀਦੀ ਹੋਏਗੀ, ਖਾਣਾ ਰਵੇ ਉਹ, ਤਾਂ ਉਹਨੂੰ ਇਹਨਾਂ ਚੂਲੀਆਂ ਦੇ ਰਾਹੀਂ ਇਹਨੂੰ ਖੁਰਾਕ ਪਹੁੰਚਾਈ ਜਾਏਗੀ। ਹੁਣ ਜਦੋਂ ਸੰਸਕਾਰ ਵਾਸਤੇ ਸ਼ਮਸ਼ਾਨ ਘਾਟ ਲੈ ਕੇ ਜਾਣਾ ਹੈ ਤਾਂ ਰਸਤੇ ਵਿੱਚ ਅੱਧੇ ਰਸਤੇ ਤੇ ਇੱਕ ਫਿਰ ਰਸਮ ਹੈ, ਅਧ ਮਾਰਗਾ ਕਹਿੰਦੇ ਹਨ ਉਹਨੂੰ। ਉੱਥੇ ਜਾ ਕੇ ਜਿਹੜਾ ਫੁੱਟਾ ਹੈ ਜਿਹਦੇ ਉੱਤੇ ਡੈਡ ਬੋਡੀ ਰੱਖੀ ਹੁੰਦੀ ਹੈ, ਜੋ ਮਰੇ ਹੋਏ ਪ੍ਰਾਣੀ ਦੀ ਦੇਹ ਰੱਖੀ ਹੁੰਦੀ ਹੈ, ਉਸ ਫੱਟੇ ਨੂੰ ਫਿਰ ਉਹਨੂੰ ਪੁੰਜੇ ਰੱਖ ਦਿੰਦੇ ਹਨ, ਫਿਰ ਫਰਸ਼ ਦੇ ਉੱਤੇ ਜਾਂ ਜ਼ਮੀਨ ਦੇ ਉੱਤੇ ਰੱਖ ਦਿੰਦੇ ਹਨ। ਤੇ ਘਰੋਂ ਤੁਰਨ ਲੱਗਿਆ ਇੱਕ ਮਿੱਟੀ ਦਾ ਕੋਰਾ ਭਾਂਡਾ, ਕੋਰਾ ਘੜਾ ਉਹ ਨਾਲ ਲੈ ਕੇ ਆਉਂਦੇ ਨੇ। ਮਤਲਬ ਕੋਰੇ ਤੋਂ ਭਾਵ ਕੀ ਹੈ, ਜਿਹੜਾ ਅਨਯੂਜ਼ਡ ਹੈ, ਅੱਜ ਤੱਕ ਵਰਤਿਆ ਨਹੀਂ ਹੋਇਆ, ਤੇ ਉਹ ਘੜਾ ਜਿਹੜਾ ਮਿੱਟੀ ਦਾ ਬਣਿਆ ਹੋਇਆ ਉਹ ਵੀ ਨਾਲ ਘਰੋਂ ਲੈ ਕੇ ਆਉਂਦੇ ਆ ਨਵਾਂ ਖਰੀਦ ਕੇ। ਤੇ ਅੱਧ ਮਾਰਗ ਦੇ ਜਿੱਥੇ ਫਿਰ ਉਹਦੀ ਬੋਡੀ ਨੂੰ ਥੱਲੇ ਰੱਖਦੇ ਹਨ, ਉਸ ਜਗ੍ਹਾ ਦੇ ਉੱਤੇ ਫਿਰ ਉਸ ਭਾਂਡੇ ਨੂੰ ਥੱਲੇ ਜ਼ਮੀਨ ਦੇ ਉੱਤੇ ਸੁੱਟ ਕੇ ਤੇ ਤੋੜਨਾ ਹੁੰਦਾ, ਉਹਨੂੰ ਭੰਨ ਦਿੰਦੇ ਨੇ। ਉਹਦੇ ਨਾਲ ਵੀ ਜ਼ੋਰ ਦੀ ਆਵਾਜ਼ ਹੁੰਦੀ ਹੈ। ਫਿਰ ਉਹਦੇ ਨਾਲ ਹੀ ਜਿਹੜੇ ਘਰ ਦੇ ਨਜ਼ਦੀਕੀ ਸੰਬੰਧੀ ਨੇ, ਪੁੱਤਰ ਹੋ ਗਿਆ ਜਾਂ ਹੋਰ ਜਿਹੜੇ ਬਹੁਤੇ ਨਜ਼ਦੀਕੀ ਨੇ, ਉਹ ਉੱਚੀ ਉੱਚੀ ਆਵਾਜ਼ ਵਿੱਚ ਫਿਰ ਰੋਂਦੇ ਨੇ, ਟਾਂ ਮਾਰਦੇ ਨੇ, ਉੱਚੀ ਉੱਚੀ ਰੋਂਦੇ ਨੇ। ਇਹਦਾ ਮਕਸਦ ਇਹ ਹੁੰਦਾ ਹੈਗਾ ਕਿ ਜਿਹੜੀ ਮਰੇ ਹੋਏ ਪ੍ਰਾਣੀ ਦੀ ਰੂਹ ਹੈ ਨਾ, ਉਹ ਆਪਣੀ ਬਾਡੀ ਦੇ ਨਾਲ ਪਿਆਰ ਕਰ ਰਹੀ ਹੈ ਤੇ ਉਹਦੇ ਆਲੇ ਦੁਆਲੇ ਚੱਕਰ ਕੱਟਦੀ ਪਈ ਹੈ, ਤੇ ਇੰਜ ਚੀਕਾਂ ਮਾਰ ਮਾਰ ਕੇ ਰੋਂਦੇ ਹਨ ਭਈ ਉਸ ਤਰ੍ਹਾਂ ਰੂਹ ਜਿਹੜੀ ਡਰ ਜਾਏਗੀ ਤੇ ਉਹ ਸਰੀਰ ਤੋਂ ਦੂਰ ਚਲੀ ਜਾਏਗੀ। ਤੇ ਇਹ ਉਹਨਾਂ ਦੀ ਸਮਝੋ ਸੋਚ ਹੈ, ਜਿਸ ਸੋਚ ਦੇ ਨਾਲ ਇਹ ਉੱਚੀ ਉੱਚੀ ਉੱਥੇ ਰੋਂਦੇ ਨੇ, ਅਦਮਾਰਗਾ ਕਰਦੇ ਹਨ। ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਸ ਤਰ੍ਹਾਂ ਅਸੀਂ ਰੋਵਾਂਗੇ ਤੇ ਇਹ ਰੂਹ ਜਿਹੜੀ ਹੈ ਡਰ ਕੇ ਥੋੜੀ ਪਰੇ ਚਲੀ ਜਾਏਗੀ। ਹੁਣ ਜਦੋਂ ਸ਼ਮਸ਼ਾਨ ਘਾਟ ਪਹੁੰਚਦੇ ਨੇ ਉੱਥੇ ਤੇ ਮਤਲਬ ਇਤਨੀਆਂ ਜ਼ਿਆਦਾ ਰਸਮਾਂ ਨੇ, ਉਹਨਾਂ ਨੂੰ ਡਿਸਕ੍ਰਾਈਬ ਕਰਨਾ ਵੀ ਕੋਈ ਸੌਖੀ ਖੇਡ ਨਹੀਂ ਹੈ। ਬੇਸਿਕਲੀ ਉਹ ਕੁਝ ਬ੍ਰਾਹਮਣ ਜਿਹੜਾ ਹੈ ਉੱਥੇ ਕਈ ਤਰ੍ਹਾਂ ਦੇ ਮੰਤਰ ਪੜ੍ਹਦਾ ਹੈ, ਤੇ ਫਿਰ ਉਹ ਕਈ ਕੁਝ ਉਹਦੇ 'ਚ ਕੰਮ ਕਿਰਿਆਵਾਂ ਹੁੰਦੀਆਂ ਨੇ, ਜਿਨ੍ਹਾਂ ਨੇ ਵੀ ਕਦੀ ਸ਼ਮਸ਼ਾਨ ਘਾਟ ਜਦੋਂ ਅਸੀਂ ਕਦੀ ਜਾਂਦੇ ਹਾਂ ਸੰਸਕਾਰ ਕਰਨ ਵਾਸਤੇ,
ਤੇ ਸਾਨੂੰ ਪਤਾ ਹੈ ਕਿ ਬਈ ਸਾਡੀ ਮਰਿਆਦਾ ਤਾਂ ਹੁੰਦੀ ਹੈਗੀ ਹੈ ਕਿ ਬਈ ਲੱਕੜਾਂ ਇਕੱਠੀਆਂ ਕੀਤੀਆਂ ਤੇ ਨਾਲ ਹੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ। ਜਿੰਨੀ ਦੇਰ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ, ਚਿਖਾ ਦੀ ਤਿਆਰੀ ਹੋ ਜਾਂਦੀ ਹੈ, ਫਿਰ ਅਰਦਾਸ ਕੀਤੀ ਜਾਂਦੀ ਹੈ ਤੇ ਚਿਖਾ ਨੂੰ ਅੱਗ ਦੇ ਕੇ ਤੇ ਫਿਰ ਲੋਕੀ ਵੱਖਰੇ ਜਗ੍ਹਾ ਜਾ ਕੇ ਤੇ ਸ਼ਬਦ ਦਾ ਕੀਰਤਨ ਕਰਦੇ ਹਨ, ਇੱਕ ਅੱਧੇ ਸ਼ਬਦ ਦਾ। ਉਸ ਤੋਂ ਬਾਅਦ ਸੋਹਿਲੇ ਦਾ ਪਾਠ ਕਰਕੇ ਤੇ ਉੱਥੋਂ ਦੀ ਜਿਹੜੀ ਸਾਡੀ ਮਰਿਆਦਾ ਹੈ ਉਹਦੀ ਸਮਾਪਤੀ ਹੋ ਜਾਂਦੀ ਹੈ। ਪਰ ਅਸੀਂ ਇੰਨੀ ਵਾਰੀ ਦੇਖਿਆ ਹੈ ਕਿ ਸਾਡੇ ਤੋਂ ਪਹਿਲਾਂ ਦੇ ਪਹੁੰਚੇ ਹੋਏ ਗੁਆਂਢੀ ਮੱਤ ਦੇ ਬੰਦੇ ਉਹ ਆਪਣੀਆਂ ਰਸਮਾਂ ਕਰ ਰਹੇ ਹੁੰਦੇ ਹਨ, ਅਸੀਂ ਉੱਥੋਂ ਤੁਰਨ ਵਾਲੇ ਹੁੰਦੇ ਹਾਂ, ਉਹਨਾਂ ਦੀ ਰਸਮਾਂ ਅਜੇ ਜਾਰੀ ਹੁੰਦੀਆਂ, ਲੰਬਾ ਪ੍ਰੋਗਰਾਮ ਹੁੰਦਾ ਉਹਨਾਂ ਦਾ। ਉਹ ਬਹੁਤ ਸਾਰੇ ਕਰਮਕਾਂਡ ਨੇ ਉਹਨਾਂ ਦੇ, ਜੋ ਕਿ ਬ੍ਰਾਹਮਣ ਨੇ ਜਿਵੇਂ ਜਿਵੇਂ ਕਰਨੇ ਹੁੰਦੇ ਉਹਨਾਂ ਨੂੰ ਕਰਦਾ ਰਹਿੰਦਾ ਹੈ। ਫਿਰ ਇਸ ਤੋਂ ਬਾਅਦ ਇਹਨਾਂ ਦਾ ਹੱਡੀਆਂ ਚੁਣਨ ਦਾ ਪ੍ਰੋਗਰਾਮ ਹੁੰਦਾ ਹੈ, ਜੋ ਕਿ ਆਮ ਤੌਰ ਤੇ ਚੌਥੇ ਦਿਨ ਕੀਤਾ ਜਾਂਦਾ ਹੈ। ਇਹ ਚੌਥੇ ਦੀ ਕੈਲਕੂਲੇਸ਼ਨ ਜਿਹੜੀ ਹੈ ਉਹਦਾ ਵੀ ਆਪੋ ਆਪਣੇ ਉਹਨਾਂ ਦੇ ਬਣਾਏ ਹੋਏ ਨਿਯਮ ਹਨ ਕਿ ਜੇ ਬੰਦਾ ਕਿਤੇ ਰਾਤ ਵੇਲੇ ਮਰਿਆ ਹੈ ਤਾਂ ਇੱਕ ਦਿਨ ਉਹਦੇ ਚੋਂ ਕੈਲਕੂਲੇਸ਼ਨ ਚੋਂ ਉਹ ਵੱਧ ਐਡ ਕਰ ਲੈਂਦੇ ਹਨ, ਉਹ ਰਾਤ ਨੂੰ ਪਿਛਲਾ ਦਿਨ ਗਿਣ ਲੈਂਦੇ ਹਨ। ਮੰਨ ਲਓ ਕੋਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲੇ ਮਰ ਗਿਆ ਹੈ ਤਾਂ ਉਹ ਪਿਛਲੇ ਦਿਨ ਮਰਿਆ ਗਿਣਿਆ ਜਾਂਦਾ ਹੈ। ਤਾਂ ਉਹਨਾਂ ਨੇ ਕੋਈ ਜਿਹੜਾ ਸਾਡਾ ਟਾਈਮ ਕਲੌਕ ਹੈਗੀ ਹੈ ਉਹਨੂੰ ਨਹੀਂ ਫੋਲੋ ਕਰਨਾ ਕਿ ਬਈ ਰਾਤੀ 12 ਵਜੇ ਉਹਨਾਂ ਦਾ ਦਿਨ ਨਹੀਂ ਚੜ੍ਹਦਾ, ਉਹਨਾਂ ਦਾ ਦਿਨ ਸੂਰਜ ਚੜ੍ਹਨ ਨਾਲ ਚੜ੍ਹਦਾ ਹੈ ਤੇ ਜਿਹੜਾ ਸੂਰਜ ਚੜ੍ਹਨ ਤੋਂ ਪਹਿਲੇ ਮਰ ਗਿਆ ਉਹ ਪਿਛਲੇ ਦਿਨ ਮਰਿਆ ਹੈ, ਤਾਂ ਇੱਕ ਦਿਨ ਉਹਦੇ ਚੋਂ ਉਹਨੂੰ ਕਾਊਂਟ ਕਰ ਲੈਣਗੇ ਐਡੀਸ਼ਨਲ। ਫਿਰ ਸੋ ਚੌਥੇ ਦੀ ਰਸਮ ਫਿਰ ਉਹਨਾਂ ਨੇ ਐਤਵਾਰ ਨੂੰ ਵੀ ਨਹੀਂ ਕਰਨੀ ਹੁੰਦੀ, ਇਹ ਵੀ ਰਿਸਟ੍ਰਿਕਸ਼ਨ ਹੈ, ਤਾਂ ਉਹਦੇ ਪਿੱਛੇ ਫਿਰ ਉਹ ਇੱਕ ਦਿਨ ਪਹਿਲਾਂ ਕਰ ਲੈਂਦੇ ਹਨ। ਤਾਂ ਉਸ ਦਿਨ ਉਹ ਫਿਰ ਉਹਦੀਆਂ ਕਈ ਸਾਰੀਆਂ ਰਸਮਾਂ ਕਰਕੇ ਤੇ ਉਹ ਰਾਖ ਦੇ ਵਿੱਚੋਂ ਵੱਖਰੀਆਂ ਹੱਡੀਆਂ ਵੱਖਰੀਆਂ ਕਰ ਲੈਂਦੇ ਹਨ। ਉਹਦਾ ਉਹਨਾਂ ਦਾ ਵੱਖਰਾ ਮਰਿਆਦਾ ਹੈ ਉਹਦੇ ਬਾਰੇ। ਤੇ ਉਹ ਫਿਰ ਉਹ ਹੱਡੀਆਂ ਨੂੰ ਉਹਨਾਂ ਨੇ ਬਾਅਦ ਵਿੱਚ ਜਾ ਕੇ ਗੰਗਾ ਦੇ ਵਿੱਚ, ਖਾਸ ਤੌਰ ਤੇ ਹਰਿਦੁਆਰ ਵਿੱਚ ਜਾ ਕੇ ਪਾਣੀਆਂ ਹੁੰਦੀਆਂ ਹਨ। ਉਹਨਾਂ ਦੇ ਮੁਤਾਬਕ ਜਿਹਦੀਆਂ ਅਸਥੀਆਂ ਗੰਗਾ ਵਿੱਚ ਨਾ ਪੈਣ ਉਹਦੀ ਗਤੀ ਨਹੀਂ ਹੁੰਦੀ, ਉਹਦੀ ਆਤਮਾ ਫਿਰ ਭਟਕਦੀ ਰਹਿੰਦੀ ਹੈ, ਇਹ ਉਹਨਾਂ ਦਾ ਵਿਸ਼ਵਾਸ ਹੈ। ਤਾਂ ਗੁਰਮਤਿ ਵਿੱਚ ਭਾਵੇਂ ਐਸੀ ਕੋਈ ਗੱਲ ਨਹੀਂ ਹੈ, ਪਰ ਜਿਵੇਂ ਕਿ ਆਪ ਸਮਝਦੇ ਹੀ ਹੋ ਕਿ ਗੁਆਂਢੀ ਮਤ ਦੇ ਪ੍ਰਭਾਵ ਜਿਹੜੇ ਹਨ ਬੜੇ ਸਟਰੋਂਗ ਹੁੰਦੇ ਹਨ। ਤੇ ਸਾਡੇ ਵਿੱਚੋਂ ਵੀ ਬੜੇ ਸਾਰੇ ਮੈਂ ਲੋਕ ਐਸੇ ਦੇਖੇ ਹਨ ਕਿ ਜਿਹੜੇ ਹੱਡੀਆਂ ਚੁਣ ਕੇ ਤੇ ਜਾ ਕੇ ਹਰਿਦੁਆਰ ਪਾ ਕੇ ਆਉਂਦੇ ਹਨ। ਸ਼ਾਇਦ ਉਹਨਾਂ ਦੀ ਗਿਣਤੀ ਹੁਣ ਇੰਨੀ ਜ਼ਿਆਦਾ ਨਹੀਂ ਹੈ, ਪਰ ਹੱਡੀਆਂ ਵੱਖਰੀਆਂ ਚੁਣਨ ਵਾਲਿਆਂ ਦੀ ਗਿਣਤੀ ਅਜੇ ਵੀ ਬਹੁਤ ਹੈ। ਤੇ ਉਹ ਆਪਣਾ ਰਾਉਂਡ ਅਬਾਊਟ ਵੇ ਲੱਭ ਲੈਂਦੇ ਹਨ, ਉਹ ਹਰਿਦੁਆਰ ਨਹੀਂ ਪਾਉਂਦੇ, ਉਹ ਉੱਥੇ ਕੀਰਤਪੁਰ ਸਾਹਿਬ ਜਾ ਕੇ ਪਤਾਲਪੁਰੀ ਗੁਰਦੁਆਰੇ ਦੇ ਨਾਲ ਜਿਹੜਾ ਦਰਿਆ ਜਾਂ ਹੁਣ ਨਾਲਾ ਬਣ ਕੇ ਰਹਿ ਗਿਆ ਹੈ, ਪਾਣੀ ਉਹਦੇ 'ਚ ਹੈ ਨਹੀਂ, ਪਰ ਉਹ ਫਿਰ ਵੀ ਆਪਣੀ ਰਸਮ ਪੂਰੀ ਕਰਨ ਵਾਸਤੇ ਉੱਥੇ ਜਾ ਕੇ ਹੱਡੀਆਂ ਉੱਥੇ ਪਾ ਕੇ ਆਉਂਦੇ ਹਨ। ਇਸ ਕੰਮ ਨੂੰ ਉਹ ਫੁੱਲ ਤਾਰਨਾ ਕਹਿੰਦੇ ਹਨ। ਹੱਡੀਆਂ ਨੂੰ ਹੱਡੀਆਂ ਨਹੀਂ ਕਿਹਾ ਜਾਂਦਾ, ਜਾਂ ਉਹਨਾਂ ਨੂੰ ਅਸਥ ਕਹਿੰਦੇ ਨੇ ਜਾਂ ਉਹਨਾਂ ਨੂੰ ਫੁੱਲ ਕਹਿੰਦੇ ਨੇ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੈਂ ਕਿਸੇ ਦੀ ਇਸ ਤਰ੍ਹਾਂ ਰੈਫਰੈਂਸ ਸੀਗਾ ਤੇ ਮੈਂ ਹੱਡੀਆਂ ਬੋਲ ਦਿੱਤਾ ਤੇ ਬੜੀ ਡਾਂਟ ਪਈ ਮੈਨੂੰ ਕਿ ਹੱਡੀਆਂ ਨਹੀਂ ਕਹੀਦਾ ਇਹਨਾਂ ਨੂੰ, ਅਸਥ ਆਖੀ ਜਾਂ ਫੁੱਲ ਆਖੀਦਾ। ਪਰ ਇਹ ਫੁੱਲ ਐਸੇ ਡੇਂਜਰਸ ਨੇ ਕਿ ਜਿਹੜੇ ਬੰਦੇ ਉੱਥੇ ਫੁੱਲ ਤਾਰਨ ਜਾਂਦੇ ਨੇ ਨਾ ਕੀਰਤਪੁਰ ਸਾਹਿਬ, ਉਸ ਪਾਣੀ ਦੇ ਵਿੱਚ ਉਹਨਾਂ ਨੂੰ ਜਦੋਂ ਅੰਦਰ ਵੜਨਾ ਪੈਂਦਾ ਤੇ ਉਹ ਉਹਨਾਂ ਦੇ ਕੰਢੇ ਉਹਨੇ ਬੜੇ ਸ਼ਾਰਪ ਹੁੰਦੇ ਨੇ ਤੇ ਉਹ ਪੈਰਾਂ 'ਚ ਫੁੱਲ ਚੁੱਭ ਜਾਂਦੇ ਨੇ। ਮੇਰਾ ਇਕਲੌਤਾ ਇੱਕ ਐਕਸਪੀਰੀਅੰਸ ਹੈ, ਇੱਕ ਵਾਰੀ ਮੈਂ ਕਿਸੇ ਦੇ ਇਸ ਸੈਰੇਮਨੀ ਦੇ ਵਿੱਚ ਪਾਰਟ ਲੈਣ ਵਾਸਤੇ ਇੱਕੋ ਇਕਲੌਤੀ ਵਾਰ ਮੈਂ ਗਿਆ ਸੀ ਕੀਰਤਪੁਰ, ਤੇ ਉਦੋਂ ਉਸ ਕਿਸੇ ਮਰੇ ਹੋਏ ਪਹਿਲੇ ਦੇ ਪਏ ਹੋਏ ਉੱਥੇ ਫੁੱਲ ਨੇ ਉਹ ਮੇਰੇ ਪੈਰ 'ਚ ਚੁੱਭ ਗਿਆ ਸੀ, ਜਿਹੜਾ ਬੜੀ ਮੁਸ਼ਕਲ ਨਿਕਲਿਆ ਸੀ। ਤੇ ਮੈਂ ਕਿਹਾ ਵੀ ਲੋਕਾਂ ਨੂੰ ਤਾਂ ਕੰਢੇ ਚੁੱਭਦੇ ਨੇ, ਮੈਨੂੰ ਫੁੱਲ ਚੁੱਭ ਗਿਆ। ਖੈਰ, तो हिंदू मत के अनुसार मरे हुए प्राणी ਦੀਆਂ ਅਸਥੀਆਂ ਜਿਹੜੀਆਂ ਨੇ ਉਹ ਗੰਗਾ 'ਚ ਪਾਣੀਆਂ ਹੁੰਦੀਆਂ ਨੇ, ਜਿਹਦੀਆਂ ਨਾ ਪੈਣ ਉਹਦੀ ਗਤੀ ਨਹੀਂ ਹੁੰਦੀ। ਫਿਰ ਮਰਨ ਤੋਂ 13 ਦਿਨ ਬਾਅਦ ਤੱਕ ਉਹਨਾਂ ਦਾ ਵਿਸ਼ਵਾਸ ਹੈ ਕਿ ਮਰੇ ਹੋਏ ਪ੍ਰਾਣੀ ਦੀ ਆਤਮਾ ਜਿਹੜੀ ਹੈ ਉਹ ਪ੍ਰੇਤ ਬਣੀ ਰਹਿੰਦੀ ਹੈ। ਇਹ ਪ੍ਰੇਤ ਜਿਹੜਾ ਹੈ ਇਹਦਾ ਸਾਈਜ਼ ਜਿਹੜਾ ਇੱਕ ਅੰਗੂਠੇ ਮਾਤਰ ਹੁੰਦਾ ਹੈ, ਸਿਰਫ ਅੰਗੂਠੇ ਦੇ ਸਾਈਜ਼ ਦਾ ਹੁੰਦਾ ਹੈ। ਇਹ ਬਾਅਦ ਵਿੱਚ ਫਿਰ ਇਹਦਾ ਸਾਈਜ਼ ਵੱਡਾ ਹੋ ਜਾਂਦਾ ਹੈ। ਫਿਰ 13 ਦਿਨ ਉਹਦੀ ਆਤਮਾ ਜਿਹੜੀ ਪ੍ਰੇਤ ਬਣ ਕੇ ਉਹ ਆਪਣੇ ਘਰ ਦੇ ਆਲੇ ਦੁਆਲੇ ਫਿਰਦੀ ਰਹਿੰਦੀ ਹੈ। ਉਹਦਾ ਫਿਰ ਕੀ ਤਰੀਕਾ ਹੈ ਕਿ ਜਿਹੜੇ ਪ੍ਰਾਣੀ ਦੀ ਮੌਤ ਹੋਈ ਹੁੰਦੀ ਹੈ ਉਹਨਾਂ ਦੇ ਰਿਸ਼ਤੇਦਾਰ ਬਰਾਦਰੀ ਦੇ ਮੈਂਬਰ ਆ ਕੇ ਵੀ ਉਹ ਉਹਨਾਂ ਦੇ ਘਰਾਂ ਵਿੱਚ ਆ ਕੇ ਸੌਂਦੇ ਹਨ ਤਾਂ ਕਿ ਘਰਦਿਆਂ ਨੂੰ ਪ੍ਰੇਤ ਤੋਂ ਡਰ ਨਾ ਲੱਗੇ, ਉਹਨੂੰ ਸਹਾਰਾ ਦਿੰਦੇ ਨੇ। ਤੇ ਰੋਜ਼ ਸਵੇਰੇ ਉੱਠ ਕੇ ਜਿਹੜੇ ਘਰ ਦੇ ਬੰਦੇ ਹੁੰਦੇ ਨੇ ਉਹ ਸਵੇਰੇ ਸਵੇਰੇ ਉੱਠ ਕੇ ਢਾਹਾਂ ਮਾਰਦੇ ਨੇ, ਉੱਚੀ ਉੱਚੀ ਰੋਂਦੇ ਨੇ। ਇਹ ਉਹਨਾਂ ਦੀ ਮਰਿਆਦਾ ਹੈ ਪੁਰਾਣੇ ਜ਼ਮਾਨੇ ਦੀ। ਅੱਜ ਕੱਲ੍ਹ ਇਹ ਹੁਣ ਪ੍ਰਚਲਿਤ ਨਹੀਂ ਹੈ, ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ ਵੀ ਇਹ ਫਜ਼ੂਲ ਦੇ ਕਰਮ ਨੇ। तो शहर वगैरह तो बिल्कुल ये काम होंदा ही होंदा, पर पुराने जमाने के अंदर जिस घर च मौत होंदी सी
13 दिन लगातार जब तक क्रिया नहीं सी हो जाती तब तक रोज सवेरे उठ के परिवार के मैंबर उच्ची उच्ची ढाह मार के रोंदे सन। तो हुण प्रेजेंटली ये ढाह मारन वाली रस्म जिहड़ी है वो हुण आउटमोडेड हो गई है, हुण नहीं होंदी। तो 13वें दिन जिहड़ी है मृतक की क्रिया की जाती है। ये काम करने वास्ते भी ब्राह्मण तो बगैर तो काम हो नहीं सकता। तो वो फिर ये इस क्रिया का मकसद ये होंदा है कि जिहड़ी विछड़ी आत्मा है ਉਹਨੂੰ ਪ੍ਰੇਤ ਜ਼ੋਨ ਵਿੱਚੋਂ ਕੱਢ ਕੇ ਤੇ ਜਿਹੜਾ ਪਿਤਰ ਲੋਕ ਹੈ, ਮ੍ਰਿਤੂ ਲੋਕ ਹੈ, ਉੱਥੇ ਤੱਕ ਉਹਨੂੰ ਪਹੁੰਚਾਉਣਾ ਹੁੰਦਾ ਹੈ। ਪਿਤਰ ਲੋਕ ਪਹੁੰਚਣ ਵਿੱਚ 360 ਦਿਨ ਲੱਗਦੇ ਹਨ, ਇਹਨਾਂ ਦੇ ਧਰਮ ਸ਼ਾਸਤਰਾਂ 'ਚ ਲਿਖਿਆ ਹੋਇਆ ਹੈ। ਔਰ ਰਸਤਾ ਹਨੇਰਾ ਹੁੰਦਾ ਹੈ। ਇਸ ਵਾਸਤੇ ਕਿਰਿਆ ਕਰਨ ਵੇਲੇ 360 ਦੀਵੇ, ਵੱਟੀਆਂ ਤੇ ਹੋਰ ਤੇਲ ਜਿੰਨਾ ਚਾਹੀਦਾ 360 ਦਿਨਾਂ ਵਾਸਤੇ, ਉਹ ਸਾਰਾ ਕੁਝ ਇਕੱਠਾ ਅਰੇਂਜਮੈਂਟ ਕਰਕੇ ਤੇ ਉਹ ਪੰਡਤ ਨੂੰ ਦੇਣਾ ਹੁੰਦਾ ਹੈ। ਉਹ 360 ਦੀਵੇ, 360 ਵੱਟੀਆਂ ਤੇ ਉਹਨਾਂ 360 ਦੀਵਿਆਂ ਵਾਸਤੇ ਜਿੰਨਾ ਤੇਲ ਚਾਹੀਦਾ ਹੈ ਉਹ ਸਾਰਾ ਪੰਡਤ ਜੀ ਨੂੰ ਦੇਣਾ ਹੁੰਦਾ ਹੈ। ਜਦੋਂ ਫਿਰ ਇਹ ਵੇਦ ਮੰਤਰ ਪੜਨ ਦੀ ਰਸਮ ਸਾਰੀ ਹੋ ਜਾਂਦੀ ਹੈ ਤੇ ਉਹ ਸਾਰੀਆਂ ਵੱਟੀਆਂ ਇਕੱਠੀਆਂ ਕਰਕੇ ਤੇਲ 'ਚ ਭਿਉਂ ਕੇ ਤੇ ਉਹਨਾਂ ਨੂੰ ਉਸੇ ਵੇਲੇ ਇਕੱਠੀਆਂ ਨੂੰ ਅੱਗ ਲਾ ਦਿੰਦੇ ਨੇ। ਤੇ ਉਹ ਕਹਿੰਦੇ ਨੇ ਬਈ ਇਹ 360 ਦੀ ਗਿਣਤੀ ਪੂਰੀ ਹੋ ਗਈ, ਇਹ ਹੁਣ ਆਟੋਮੈਟਿਕ ਪ੍ਰੋਸੀਜਰ ਹੈਗਾ। ਇਹ ਜਿਵੇਂ ਪ੍ਰੋਗਰਾਮ ਹੁੰਦਾ ਨਾ ਕੰਪਿਊਟਰ 'ਚ ਫੀਡ ਕਰ ਦਿੰਦੇ ਨੇ ਤੇ ਉਹ ਹੁਣ ਉਹ ਸੀਕੁਐਂਸ ਵਿੱਚ ਆਪਣੇ ਆਪ ਇੱਕ ਇੱਕ ਦੀਵਾ ਇੱਕ ਇੱਕ ਦਿਨ ਦਾ ਜਿਹੜਾ ਚਾਨਣ ਦੇਣ ਦਾ ਕੰਮ ਹੈ ਨਾ ਉਹ ਆਟੋਮੈਟਿਡ ਹੈ। ਇਹ ਇੰਜਨ ਉਹਨਾਂ ਨੇ ਬਣਾ ਦਿੱਤਾ ਤੇ ਉਹ ਚੱਲਦਾ ਰਹੇਗਾ। ਇਹ ਉਹਨਾਂ ਦੀ ਪੁਰਾਣੀ ਮਰਿਆਦਾ ਹੈ। ਸੋ ਇਸ ਤੋਂ ਇਲਾਵਾ ਸ਼ਨਿਚਰ ਦੇਵਤੇ ਦੇ ਮੰਦਿਰ ਵਿੱਚ ਵੀ ਸਾਲ ਭਰ ਰੋਜ਼ ਦੀਵਾ ਜਗਾਉਣ ਦਾ ਉਹਨਾਂ ਦੀ ਮਰਿਆਦਾ ਹੈ। ਤੇ ਉਹਦੇ ਵਾਸਤੇ ਵੀ ਤੇਲ ਜਿਹੜਾ ਹੈ ਨਾ ਉਹ ਪੰਡਤ ਨੂੰ ਦੇਣਾ ਹੁੰਦਾ ਹੈ। ਫਿਰ ਕਿਰਿਆ ਵਾਲੇ ਦਿਨ ਜਿਹੜੀ ਰੂਹ ਵਿਛੜ ਗਈ ਹੈ ਉਹਨੂੰ ਨਿਰਾ ਚਾਨਣ ਨਹੀਂ ਚਾਹੀਦਾ, ਉਹਨੂੰ ਖਾਣ ਨੂੰ ਵੀ ਤਾਂ ਕੁਝ ਚਾਹੀਦਾ ਹੈ ਨਾ। ਤੇ ਉਹਦੇ ਵਾਸਤੇ ਵੀ ਪਿੰਡ ਭਰਾਏ ਜਾਂਦੇ ਨੇ ਤੇ ਕਿਰਿਆ ਵਾਲੇ ਦਿਨ ਨੂੰ ਤੋਂ ਲੈ ਕੇ 1 ਸਾਲ ਤੱਕ ਦਾ ਬ੍ਰਾਹਮਣ ਨੂੰ ਭੋਜਨ ਦਾ ਅਰੇਂਜਮੈਂਟ ਕਰਨ ਵਾਸਤੇ ਉਹ ਵੀ ਸਮਾਨ ਉਹਨੂੰ ਦਿੱਤਾ ਜਾਂਦਾ ਹੈ, ਜਿਹੜਾ ਨਾਰਮਲੀ ਉਹ ਕੈਸ਼ ਵਿੱਚ ਲੈ ਲੈਂਦਾ ਹੈ। ਸੋ ਇਹ ਸਾਰੇ ਕੰਮ ਜਿਹੜੇ ਹਨ ਬ੍ਰਾਹਮਣ ਦੀ ਹੈਲਪ ਤੋਂ ਬਗੈਰ ਹੋ ਨਹੀਂ ਸਕਦੇ ਔਰ ਹਰ ਚੀਜ਼ ਦੇ ਵਿੱਚ ਬ੍ਰਾਹਮਣ ਨੂੰ ਜਿਹੜਾ ਉਹਦੀ ਕਾਸਟ ਔਰ ਉਹਦੀ ਸੇਵਾ ਫਲ ਜਿਹੜਾ ਦੇਣਾ ਹੈ ਉਹ ਕੰਪਲਸਰੀ ਹੈ। ਕਿਰਿਆ ਵਾਲੇ ਦਿਨ ਜਿਹੜਾ ਬ੍ਰਾਹਮਣ ਹੈ ਗਰੁੜ ਪੁਰਾਣ ਦੀ ਕਥਾ ਕਰਦਾ ਹੈ। ਸੌਰੀ ਉਹ ਸੰਸਕਾਰ ਕਰਨ ਤੋਂ ਲੈ ਕੇ ਕਿਰਿਆ ਵਾਲੇ ਦਿਨ ਤੱਕ ਗਰੁੜ ਪੁਰਾਣ ਦੀ ਕਥਾ ਰੋਜ਼ ਕਰਨੀ ਹੁੰਦੀ ਹੈ। ਪਰ ਆਮ ਤੌਰ ਤੇ ਉਹ ਰਿਕੁਐਸਟ ਇਹ ਕੀਤੀ ਜਾਂਦੀ ਹੈ ਕਿ ਪੰਡਤ ਜੀ ਤੁਸੀਂ ਆਪਣੇ ਘਰ ਹੀ ਕਰ ਲੈਣਾ, ਜਿਹੜੇ ਸੇਵਾ ਫਲ ਤੁਸੀਂ ਲੈਣਾ ਹੈ, ਜਿਹੜੀ ਫੀਸ ਲੈਣੀ ਹੈ ਉਹ ਲੈ ਲਓ ਤੇ ਉਹ ਪੰਡਤ ਆਪਣੇ ਘਰ 'ਚ ਹੀ ਰੈਡੀਮੇਡ ਕਥਾ ਜਿਹੜੀ ਹੈ ਉਹ ਕਰਕੇ ਤੇ ਫੀਸ ਲੈ ਲੈਂਦਾ ਹੈ। ਤੇ ਕਿਰਿਆ ਵਾਲੇ ਦਿਨ ਫਿਰ ਜਿਹੜੀ ਹੋਰ ਜੋ ਬਾਕੀ ਸਾਰੀਆਂ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ। ਫਿਰ ਮਰਨ ਤੋਂ ਵਰੇ ਪਿੱਛੋਂ ਕਹਿਣ ਨੂੰ ਸਾਲ ਹੁੰਦਾ ਹੈ ਪਰ ਸਾਲ ਨਹੀਂ ਪੂਰਾ ਹੋਣ ਦਿੰਦੇ, ਵਰੀਨੇ ਦੀ ਰਸਮ ਹੁੰਦੀ ਹੈ। ਤੇ ਇਹ ਵਰੀਨਾ ਉਹਨਾਂ ਦਾ ਮਤਲਬ ਕੰਡੀਸ਼ਨ ਹੈ ਬਈ ਸਾਲ ਪੂਰਾ 360 ਦਿਨ ਪੂਰੇ ਹੋਣ ਤੋਂ ਪਹਿਲੇ ਜ਼ਰੂਰ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਬੜੀ ਬਦਸ਼ਗਨੀ ਹੋ ਜਾਂਦੀ ਹੈ ਤੇ ਫਿਰ ਨਹੀਂ ਤਾਂ ਉਹ ਪਿੱਤਰ ਜਿਹੜੇ ਨੇ ਉਹ ਪਿੱਤਰ ਲੋਕ 'ਚ ਉਹ ਪਹੁੰਚ ਨਹੀਂ ਸਕਦੇ ਜੇ ਨਾ ਕੀਤੀ ਜਾਏ ਰਸਮ। ਤੇ ਉਹ ਇਸੇ ਕਰਕੇ ਆਮ ਤੌਰ ਤੇ 11 ਮਹੀਨੇ ਬਾਅਦ ਵਰੀਨਾ ਕੀਤਾ ਜਾਂਦਾ ਹੈ। ਤੇ ਸਿੱਖਾਂ ਨੇ ਵੀ ਜਿਨ੍ਹਾਂ ਨੇ ਨਕਲ ਮਾਰ ਕੇ ਬਾਹਮਣਾਂ ਕੋਲੋਂ ਕੰਮ ਸਿੱਖ ਲਿਆ ਹੈ ਉਹ ਵੀ 11 ਮਹੀਨੇ ਬਾਅਦ ਵਰੀਨਾ ਕਰ ਲੈਂਦੇ ਹਨ। ਇੱਕ ਹੋਰ ਬੜਾ ਭਰਮ ਹੈ ਕਿ ਵਰੀਨੇ ਕੀਤੇ ਬਗੈਰ ਘਰਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਕਰ ਸਕਦੇ, ਇਹ ਵੀ ਭਰਮ ਹੈ। ਤੇ ਫਿਰ ਜਿਨ੍ਹਾਂ ਨੇ ਵਿਚਾਰਿਆਂ ਨੇ ਕੋਈ ਵਿਆਹ ਵੀ ਫਿਕਸ ਕੀਤਾ ਹੁੰਦਾ ਹੈ ਜਾਂ ਕੋਈ ਹੋਰ ਚੰਗਾ ਉਹਨਾਂ ਨੇ ਕੰਮ ਸੋਚਿਆ ਹੁੰਦਾ ਹੈ ਕਿਸੇ ਦਾ ਕੋਈ ਰਿਸ਼ਤਾ ਕਰਨਾ ਹੈ, ਕੁਝ ਕਰਨਾ ਹੈ, ਉਹ ਜਦ ਤੱਕ ਵਰੀਨਾ ਨਾ ਹੋ ਜਾਏ ਉਹ ਕਰ ਨਹੀਂ ਸਕਦੇ। ਤਾਂ ਇਹੋ ਜਿਹੇ ਇੰਸਟੈਂਸਿਸ ਵੀ ਦੇਖਣ 'ਚ ਆਏ ਨੇ ਕਿ ਵਰੀਨਾ ਜਿਹੜਾ ਹੈ ਉਹ 4 ਮਹੀਨੇ ਬਾਅਦ 3 ਮਹੀਨੇ ਬਾਅਦ ਵੀ ਹੋ ਰਿਹਾ ਹੈ। ਤੇ ਮੈਂ ਤਾਂ ਇੱਕ ਇੰਸਟੈਂਸ ਇਹੋ ਜਿਹਾ ਵੀ ਦੇਖਿਆ ਹੈ ਜਿੱਥੇ ਜਿਸ ਦਿਨ ਕਿਰਿਆ ਹੋਈ ਹੈ ਉਸ ਤੋਂ 1 ਹਫ਼ਤੇ ਬਾਅਦ ਹੀ ਵਰੀਨਾ ਹੋ ਗਿਆ, ਕਿਉਂਕਿ ਉਹਨਾਂ ਨੇ ਕੋਈ ਵਿਆਹ ਫਿਕਸ ਕੀਤਾ ਹੋਇਆ ਸੀਗਾ ਔਰ ਉਹ ਡੇਟ ਚੇਂਜ ਕਰਨੀ ਨਹੀਂ ਸੀ ਚਾਹੁੰਦੇ, ਸਾਰੇ ਅਰੇਂਜਮੈਂਟ ਪਹਿਲਾਂ ਤੋਂ ਬੁੱਕ ਸੀਗੇ। तो उन्होंने जिस दिन क्रिया की उस तो हफ्ते बाद वरीना कर लिया। तो ये अपने आप को समझाने वास्ते मन को मनाने वास्ते लोग इस तरह दी एडजस्टमेंट भी कर लेंगे ने। पर जो असूलन है कि वरे मरण की थित उत्ते ही वरीना किया जाता है। फिर ओदे जो मरिया है प्राणी है क्रिया वाले दिन जिहड़ा है ओदी खुराक तो इलावा
ਭਾਂਡੇ ਬਸਤਰ ਆਦਿ ਹੋਰ ਜਿੰਨੀਆਂ ਵੀ ਯੂਜ਼ ਦੀਆਂ ਪਰਸਨਲ ਯੂਜ਼ੇਜ ਦੀਆਂ ਚੀਜ਼ਾਂ ਨੇ, ਉਹ ਸਾਰਾ ਸਮਾਨ ਵੀ ਆਚਾਰ ਜੀ ਨੂੰ, ਪੰਡਤ ਨੂੰ ਦਾਨ ਕੀਤਾ ਜਾਂਦਾ ਹੈ। ਫਿਰ ਹਲੇ ਵੀ ਕੰਮ ਮੁੱਕਾ ਨਹੀਂ ਹੈ। ਫਿਰ ਇਸ ਤੋਂ ਬਾਅਦ ਹਰ ਸਾਲ ਸਰਾਧਾਂ ਦੇ ਦਿਨਾਂ ਵਿੱਚ ਜਿਸ ਥਿਤ ਨੂੰ ਬੰਦੇ ਦੀ ਮੌਤ ਹੋਈ ਹੁੰਦੀ ਹੈ, ਉਸ ਥਿਤ ਨੂੰ, ਥਿਤ ਦਾ ਮਤਲਬ ਹੁੰਦਾ ਹੈ ਲਿਊਨਰ ਕੈਲੰਡਰ ਦੇ ਮੁਤਾਬਕ ਜਿਹੜੀ ਡੇਟ ਹੈ, ਪੂਰਨਮਾਸ਼ੀ ਤੋਂ ਲੈ ਕੇ ਉਹਦੀ ਗਿਣਤੀ ਕੀਤੀ ਜਾਂਦੀ ਜਾਂ ਮੱਸਿਆ ਤੋਂ ਗਿਣਤੀ ਕੀਤੀ ਜਾਂਦੀ ਹੈ। ਉਸ ਮੁਤਾਬਕ ਜਿਹੜੀ ਵੀ ਡੇਟ ਲਿਊਨਰ ਕੈਲੰਡਰ ਦੇ ਮੁਤਾਬਕ ਹੁੰਦੀ ਹੈ, ਜਿਸ ਦਿਨ ਉਹਦੀ ਡੈਥ ਹੋਈ ਹੁੰਦੀ ਹੈ, ਉਸ ਥਿਤ ਨੂੰ ਉਹ ਮਰੇ ਪ੍ਰਾਣੀ ਦੇ ਨਿਮਿਤ ਸਰਾਧ ਕਰਾਇਆ ਜਾਂਦਾ ਹੈ। ਸਰਾਧ ਦੇ ਵਿੱਚ ਵੀ ਬ੍ਰਾਹਮਣਾਂ ਨੂੰ ਬੁਲਾ ਕੇ ਤੇ ਭੋਜਨ ਖਵਾਉਣਾ ਹੁੰਦਾ ਹੈ। ਉਹ ਇਹ ਸਮਝਿਆ ਜਾਂਦਾ ਹੈ ਕਿ ਬ੍ਰਾਹਮਣ ਜਿਹੜਾ ਹੈ ਉਹਦੀ ਕੁਰੀਅਰ ਸਰਵਿਸ ਹੈ, ਤੁਹਾਡਾ ਇਹ ਖਾਧਾ ਹੋਇਆ, ਤੁਹਾਡੇ ਕੋਲੋਂ ਲੈ ਕੇ ਖਾਧਾ ਹੋਇਆ ਭੋਜਨ ਜਿਹੜਾ ਹੈ ਤੁਹਾਡੇ ਪਿਤਰਾਂ ਨੂੰ ਪਹੁੰਚਾ ਦਿੰਦਾ ਹੈ। ਫਿਰ ਇੱਕ ਹੋਰ ਐਕਸੈਪਸ਼ਨਲ ਕੇਸਿਸ ਹੈਗੇ ਨੇ, ਜੇ ਕੋਈ ਮਰਨ ਵਾਲਾ ਬਹੁਤ ਵੱਡੀ ਉਮਰ ਦਾ ਹੋ ਕੇ ਮਰੇ, ਪੁੱਤਰ ਪੋਤਰਿਆਂ ਪੜੋਤਰਿਆਂ ਵਾਲਾ ਹੋ ਜਾਏ, ਉਹਦੇ ਪੁੱਤਰ ਪੋਤਰੇ ਵਿਆਹੇ ਜਾਣ ਸਾਰੇ, ਇੰਨੀ ਚੰਗੀ ਵੱਡੀ ਉਮਰ ਦਾ ਹੋ ਕੇ ਮਰੇ, ਤਾਂ ਫਿਰ ਉਹਦਾ ਵੱਡਾ ਮਰਨਾ ਕਰਦੇ ਨੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਫੱਟੇ ਤੇ ਲੈ ਕੇ ਬੋਡੀ ਨੂੰ ਸ਼ਮਸ਼ਾਨ ਲੈ ਕੇ ਜਾਂਦੇ ਨੇ, ਉਹ ਫੱਟੇ ਨੂੰ ਵੀ ਪੂਰੀ ਤਰ੍ਹਾਂ ਸਜਾਉਂਦੇ ਨੇ, ਫੁੱਲਾਂ ਦੇ ਨਾਲ, ਹੋਰ ਸੋਹਣੇ ਕੱਪੜਿਆਂ ਦੇ ਨਾਲ, ਬਿਲਕੁਲ ਜਿਵੇਂ ਐਨ ਸਜਾਵਟੀ ਸਮਾਨ ਹੁੰਦਾ ਹੈ। ਉਹਨੂੰ ਕਹਿੰਦੇ ਨੇ ਜੀ ਬਬਾਨ, ਉਹਦਾ ਬਬਾਨ ਕੱਢਣਾ ਕਹਿੰਦੇ ਨੇ। ਉਹ ਵੀ ਸਜਾਵਟ, ਗੁਬਾਰੇ ਸ਼ਬਾਰੇ, ਫਿਰ ਨਾਲ ਅਸੀਂ ਤੇ ਦੇਖਿਆ ਹੋਇਆ ਕਈ ਵਾਰੀ ਇੱਕ ਬੁੱਢੇ ਮਰਨੇ ਦਾ ਅਸੀਂ ਇੰਸਟੈਂਸ ਦੇਖਿਆ, ਉਹ ਬਕਾਇਦਾ ਉਹਨਾਂ ਨੇ ਬੈਂਡ ਵਾਲੇ ਬੁਲਾਏ ਤੇ ਉਹ ਬੈਂਡ ਵਾਜਾ ਵੀ ਵਜਾਇਆ। ਤੇ ਹੁਣ ਜਿਹਦੀ ਡੈਥ ਹੋਈ ਸੀਗੀ, ਉਹਦੀ ਉਮਰ ਤਾਂ ਸ਼ਾਇਦ ਸੀਗੀ 90 ਦੇ ਕਰੀਬ, ਤੇ ਉਹਦਾ ਪੁੱਤਰ ਵੀ ਕੋਈ 60-62 ਸਾਲ ਦਾ ਸੀਗਾ। ਪਰ ਹੁਣ ਜਿੰਨਾ ਮਰਜ਼ੀ ਵਡੇਰੀ ਉਮਰ ਹੋਵੇ, ਦੇਖੋ ਪਿਤਾ ਪੁੱਤਰ ਦਾ ਇਮੋਸ਼ਨਲ ਅਟੈਚਮੈਂਟ ਤਾਂ ਹੁੰਦੀ ਹੈ। ਤੋ ਜਿਸ ਵੇਲੇ ਉਹਨਾਂ ਨੇ ਉਹਦੀ ਬੋਡੀ ਨੂੰ ਚੁੱਕਿਆ ਨਾ, ਤੁਰਨ ਲੱਗੇ, ਤੇ ਉਹ ਵਿਚਾਰਾ ਜਿਹੜਾ ਉਹਦਾ ਬੇਟਾ ਸੀ, ਭਾਵੇਂ ਉਹ 60 ਸਾਲ ਦਾ ਸੀਗਾ, 62 ਸਾਲ ਦਾ, ਉਹਨੂੰ ਥੋੜਾ ਜਿਹਾ ਵਿਰਾਗ ਜਿਹਾ ਆ ਗਿਆ ਤੇ ਉਹ ਰੋਣ ਲੱਗ ਪਿਆ। ਪੰਡਤ ਨੇ ਉਹਨੂੰ ਉਚੇਚਾ ਟੋਕਿਆ, ਨਹੀਂ ਨਹੀਂ ਰੋਣਾ ਨਹੀਂ ਹੈ, ਇਹ ਤਾਂ ਦੂਜਾ ਵਿਆਹ ਹੈ, ਉਹਦੀ ਬਰਾਤ ਨਿਕਲ ਰਹੀ ਹੈ, ਤੁਸੀਂ ਰੋਂਦੇ, ਬਰਾਤ 'ਚ ਰੋਂਦੇ ਥੋੜਾ, ਨਹੀਂ ਰੋਣਾ, ਇਹ ਵੱਡਾ ਕੀਤਾ ਜਾ ਰਿਹਾ, ਤੁਸੀਂ ਇਹਦੀ ਤੁਹਾਡੇ ਪਿਤਾ ਦੀ ਬਰਾਤ ਨਿਕਲ ਰਹੀ ਹੈ। ਤੋ ਇਹ ਇਸ ਤਰੀਕੇ ਦੇ ਮਤਲਬ ਇੰਟਰਸਟਿੰਗ ਜੇ ਬੜੇ ਉਹਨਾਂ ਦੇ ਵਿਸ਼ਵਾਸ ਨੇ। ਤੋ ਉਹਨੂੰ ਪੂਰਾ ਗੁਬਾਰਿਆਂ ਦੇ ਨਾਲ ਔਰ ਫੁੱਲਾਂ ਦੇ ਨਾਲ ਸਜਾਇਆ ਹੁੰਦਾ ਹੈ, ਰੰਗ ਬਿਰੰਗੇ ਕੱਪੜੇ ਪਾਏ ਹੁੰਦੇ ਹਨ, ਝੰਡੀਆਂ ਲਗਾਈਆਂ ਹੁੰਦੀਆਂ ਨੇ, ਤੇ ਨਾਲ ਬੈਂਡ ਬਾਜਾ ਵਜਾ ਕੇ ਪੂਰਾ ਜਿਹੜਾ ਜਲੂਸ ਕੱਢਿਆ ਜਾਂਦਾ ਹੈ, ਇਹ ਬਿਬਾਨ ਕੱਢਣਾ ਹੈ। ਤੋ ਇਹ ਸਾਰੇ ਕੰਮ ਜਿਹੜੇ ਨੇ, ਇਹ ਪੁਰਾਣਾ ਦੀ ਵਿੱਚ ਜੋ ਕੁਝ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ, ਉਹਦੇ ਮੁਤਾਬਕ ਕੀਤੇ ਜਾਂਦੇ ਨੇ। ਪੁਰਾਣ ਜਿਹੜੇ ਨੇ, ਇਹਨਾਂ ਦੀ ਟੋਟਲ ਗਿਣਤੀ 18 ਹੈ। ਤੇ ਇਹਦੇ ਵਿੱਚ ਅਲੱਗ-ਅਲੱਗ ਪੁਰਾਣਾਂ ਦੇ ਅਲੱਗ-ਅਲੱਗ ਵਿਸ਼ੇ ਹੁੰਦੇ ਹਨ। ਜਿਹੜਾ ਮ੍ਰਿਤਕ ਸੰਸਕਾਰਾਂ ਦੇ ਨਾਲ ਸੰਬੰਧਿਤ ਜਿਹੜਾ ਪੁਰਾਣ ਹੈ, ਉਹ ਜ਼ਿਆਦਾ ਗਰੁੜ ਪੁਰਾਣ ਹੈ, ਜਿਹਦੀ ਕਥਾ ਦੀ ਗੱਲ ਅੱਗੇ ਵੀ ਆਈ ਹੈ। ਹਿੰਦੂ ਮੰਨਦੇ ਨੇ ਕਿ ਹਰੇਕ ਦੇਵਤੇ ਦੀ ਕੋਈ ਨਾ ਕੋਈ ਸਪੈਸ਼ਲ ਸਵਾਰੀ ਹੁੰਦੀ ਹੈ। ਤੋ ਇਸ ਤਰ੍ਹਾਂ ਫॉर एग्जांपल ਗਣੇਸ਼ ਦੀ ਸਵਾਰੀ ਚੂਹਾ ਹੈ, ਬ੍ਰਹਮੇ ਦੀ ਸਵਾਰੀ ਹੰਸ ਹੈ, ਸ਼ਿਵ ਜੀ ਦੀ ਸਵਾਰੀ ਬੈਲ ਹੈ, ਤੇ ਜਿਹੜਾ ਵਿਸ਼ਨੂੰ ਦੇਵਤਾ ਜੀ ਹਨ, ਉਹਨਾਂ ਦੀ ਸਵਾਰੀ ਗਰੁੜ ਹੈ। ਤੇ ਗਰੁੜ ਪੁਰਾਣ ਦੇ ਵਿੱਚ ਵਿਸ਼ਨੂੰ ਜੀ ਨੇ ਗਰੁੜ ਨੂੰ ਜਮ ਮਾਰਗ ਦਾ ਹਾਲ ਸੁਣਾਇਆ ਹੈ ਕਿ ਮਰਨ ਦੇ ਪਿੱਛੋਂ ਜੀਵ ਜਿਹੜਾ ਹੈ ਉਹ ਪ੍ਰੇਤ ਚੂਨ ਪ੍ਰਾਪਤ ਕਰਦਾ ਹੈ, ਤੇ ਇਹਦਾ ਸਰੀਰ ਅੰਗੂਠੇ ਜਿੰਨਾ ਹੋ ਜਾਂਦਾ ਹੈ। ਮਰੇ ਪ੍ਰਾਣੀ ਦੇ ਵਾਸਤੇ ਪਿੰਡ ਭਰਾਣੇ ਬਹੁਤ ਜ਼ਰੂਰੀ ਨੇ। ਇਹਦੀ ਸਹਾਇਤਾ ਦੇ ਨਾਲ ਉਹ ਪ੍ਰੇਤ ਦਾ ਸਰੀਰ ਜਿਹੜਾ ਹੈ ਉਹ 10 ਦਿਨਾਂ ਵਿੱਚ ਅੰਗੂਠੇ ਤੋਂ ਵੱਧ ਕੇ ਹੱਥ ਦੇ ਸਾਈਜ਼ ਦਾ ਹੋ ਜਾਂਦਾ ਹੈ। ਫਿਰ ਇਸ ਤੋਂ ਇਲਾਵਾ ਗਰੁੜ ਪੁਰਾਣ 'ਚ ਲਿਖਿਆ ਹੋਇਆ ਹੈ ਕਿ ਜਦੋਂ ਪ੍ਰਾਣੀ ਮਰਨ ਲੱਗੇ ਤੇ ਉਸ ਨੂੰ ਇਸ਼ਨਾਨ ਕਰਾਉਣਾ ਚਾਹੀਦਾ ਹੈ ਤੇ ਸਾਲਗ੍ਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਸਾਲਗ੍ਰਾਮ ਜਿਹੜਾ ਹੈ ਉਹ ਸਾਰੇ ਪਾਪਾਂ ਦਾ ਨਾਸ਼ ਕਰਦਾ ਹੈ। ਸਾਲਗ੍ਰਾਮ ਜਿਹੜਾ ਹਿੰਦੂ ਮਤ ਦੇ ਅਨੁਸਾਰ ਵਿਸ਼ਨੂੰ ਦਾ ਹੀ ਇੱਕ ਅਵਤਾਰ ਹੈ, ਤੇ ਉਹਨਾਂ ਦੀ ਉਹਦੀ ਵੀ ਇੱਕ ਬੜੀ ਲੰਬੀ ਚੌੜੀ ਕਹਾਣੀ ਹੈ। ਉਹਦਾ ਸਾਲਗ੍ਰਾਮ ਤੇ ਤੁਲਸੀ ਦਾ ਫਿਰ ਵਿਆਹ ਵੀ ਇਹਨਾਂ ਲੋਕਾਂ 'ਚ ਹੁੰਦਾ ਹੈ। ਤੋ ਸਾਲਗ੍ਰਾਮ ਜਿਹੜਾ ਹੈ ਉਹ ਸਾਰੇ ਪਾਪਾਂ ਦਾ ਨਾਸ਼ ਕਰਦਾ ਹੈ। ਜੇ ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿੱਚ ਸਾਲਗ੍ਰਾਮ ਦਾ ਚਰਨਾਮ੍ਰਿਤ ਪੈ ਜਾਏ ਤਾਂ ਉਹਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਵੇਂ ਉਹਨਾਂ ਦਾ ਵਿਸ਼ਵਾਸ ਹੈ ਕਿ ਉਹਨਾਂ ਦੀ ਗਰੁੜ ਪੁਰਾਣ 'ਚ ਲਿਖਿਆ ਹੈ ਕਿ ਜਿਵੇਂ ਰੂਹ ਦੇ ਢੇਰ ਨੂੰ ਅੱਗ ਲਗਾਓ ਤਾਂ ਇੱਕ ਚਿੰਗਾਰੀ ਦੇ ਨਾਲ ਹੀ ਉਹ ਰੂਹ ਦੇ ਢੇਰ ਸੜ ਕੇ ਸੁਆਹ ਹੋ ਜਾਂਦੇ ਨੇ, ਇਵੇਂ ਹੀ ਮਰਨ ਵੇਲੇ ਪ੍ਰਾਣੀ ਜੇ ਆਖੇ ਗੰਗਾ ਦਾ ਨਾਮ ਲੈ ਲਵੇ ਤੇ ਬਸ ਉਹ ਗੰਗਾ ਦਾ ਨਾਮ ਲੈਂਦਿਆਂ ਸਾਰੀ ਮੁਕਤ ਹੋ ਜਾਂਦਾ ਹੈ। ਗੁਰਬਾਣੀ ਤਾਂ ਸਾਨੂੰ ਕਹਿੰਦੀ ਹੈ ਨਾ ਕਿ ਪ੍ਰਭੂ ਦਾ ਨਾਮ, ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਇਨਸਾਨ ਦੇ ਪਾਪ ਕੱਟੇ ਜਾਂਦੇ ਹਨ, ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਇਹਨਾਂ ਦਾ ਗਰੁੜ ਪੁਰਾਣ ਕਹਿੰਦਾ ਹੈ ਕਿ ਗੰਗਾ ਦਾ ਨਾਮ ਲੈ ਲਓ, ਇਹਦੇ ਪਾਪ ਹੀ
ਕਰਮ ਜਿਹੜਾ ਹੈ ਇਹ ਵੀ ਗਰੁੜ ਪੁਰਾਣ ਦੇ ਮੁਤਾਬਕ ਕਰਨ ਤੋਂ ਪਹਿਲਾਂ ਇਹਨਾਂ ਵਾਸਤੇ ਇੱਕ ਹੋਰ ਵੀ ਜ਼ਰੂਰੀ ਹੈ ਕਿ ਜਿਹੜਾ ਮਰਿਆ ਪ੍ਰਾਣੀ ਹੈ ਤੇ ਹੋਰ ਨਜ਼ਦੀਕੀ ਜਿਹੜੇ ਸੰਬੰਧੀ ਨੇ ਉਹ ਮੁੰਡੇ ਨੂੰ ਵੀ ਕਰਾਉਣ, ਆਪਣਾ ਸਿਰ ਮੁੰਡਾ ਲੈਣ, ਬਿਲਕੁਲ ਗੰਜ, ਬਿਲਕੁਲ ਰੋਂਡ ਮੋੜ ਹੋ ਜਾਣ, ਇਹ ਵੀ ਜ਼ਰੂਰੀ ਹੈ। ਫਿਰ ਪ੍ਰੇਤ ਦੀ ਖਾਤਰ ਤਿਲ ਅਤੇ ਘਿਓ ਦੀ ਆਹੂਤੀ ਵੀ ਦੇਣੀ ਚਾਹੀਦੀ ਹੈ ਤੇ ਬਹੁਤ ਰੋਣਾ ਚਾਹੀਦਾ ਹੈ। ਇਸ ਰੋਣ ਦੇ ਨਾਲ ਜਿਹੜਾ ਮਰਿਆ ਪ੍ਰਾਣੀ ਹੈ ਉਹਨੂੰ ਸੁੱਖ ਮਿਲਦਾ ਹੈ। 11 ਦਿਨ ਹਰ ਵਕਤ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਇਸ ਦੀਵੇ ਦੇ ਨਾਲ ਜਿਹੜਾ ਜਮ ਮਾਰਗ ਹੈ, ਜਿਸ ਮਾਰਗ ਤੋਂ ਮਰੇ ਹੋਏ ਪ੍ਰਾਣੀ ਨੇ ਗੁਜ਼ਰਨਾ ਹੈ, ਉੱਥੇ ਚਾਨਣ ਹੋਇਆ ਰਹਿੰਦਾ ਹੈ। ਪ੍ਰੇਤ ਕਰਮ ਕਰਨ ਦੇ ਨਾਲ ਪ੍ਰਾਣੀ 10 ਦਿਨਾਂ ਵਿੱਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਇਹ ਹੁਣ ਸੈਲਫ ਕੰਟਰਾਡਿਕਟਰੀ ਗੱਲਾਂ ਨੇ। ਇੱਕ ਪਾਸੇ ਕਹਿ ਰਹੇ ਨੇ ਕਿ ਮਰਨ ਲੱਗਿਆ ਗੰਗਾ ਦਾ ਨਾਮ ਲੈ ਲਵੇ ਸਾਰੇ ਪਾਪ ਨਾਸ ਹੋ ਜਾਂਦੇ ਨੇ, ਪਰ ਫਿਰ ਇਹ ਪ੍ਰੇਤ ਕਿਰਿਆ ਵੀ ਕਰਨੀ ਜ਼ਰੂਰੀ ਹੈ ਔਰ ਉਹਦੇ ਨਾਲ 10 ਦਿਨਾਂ 'ਚ ਪ੍ਰਾਣੀ ਦੇ ਪਾਪ ਮੁੱਕਦੇ ਨੇ। ਕਿਹੜੇ ਪਾਪ ਮੁੱਕਦੇ ਨੇ? ਜਿਹੜੇ ਗੰਗਾ ਨਾਲ ਨਹੀਂ ਸੀ ਮੁੱਕੇ, ਉਹ ਕੋਈ ਰੈਜ਼ੀਡਿਊ ਰਹਿ ਗਿਆ ਹੋਣਾ, ਉਹ ਮੁੱਕਦੇ ਨੇ। ਗਰੁੜ ਪੁਰਾਣੀ ਨੂੰ ਸੁਣਨ ਤੇ ਸੁਣਾਉਣ ਵਾਲੇ ਪਾਪਾਂ ਤੋਂ ਮੁਕਤ ਹੋ ਜਾਂਦੇ ਨੇ। ਹੁਣ ਇੱਕ ਅਲੱਗ-ਅਲੱਗ ਫਾਰਮੂਲੇ ਆ ਰਹੇ ਨੇ, ਕਿਧਰੇ ਗੰਗਾ ਦਾ ਨਾਮ ਲੈਣ ਨਾਲ ਪਾਪ ਮੁੱਕ ਰਹੇ ਨੇ, ਕਿਧਰੇ ਪ੍ਰੇਤ ਕਿਰਿਆ ਕਰਨ ਨਾਲ ਪਾਪ ਮੁੱਕ ਰਹੇ ਨੇ, ਕਿਧਰੇ ਹੁਣ ਗਰੁੜ ਪੁਰਾਣ ਸੁਣਨ ਤੇ ਸੁਣਾਉਣ ਨਾਲ ਵੀ ਪਾਪ ਮੁੱਕ ਰਹੇ ਨੇ। ਇਸ ਪੁਰਾਣ ਦੇ ਵਾਚਨ ਵਾਲੇ ਪੰਡਤ ਨੂੰ ਕੱਪੜੇ, ਗਹਿਣੇ, ਗਾਂ, ਅਨਾਜ, ਸੋਨਾ, ਜ਼ਮੀਨ ਆਦਿ ਸਭ ਕੁਝ ਦਾਨ ਕਰਨਾ ਚਾਹੀਦਾ, ਨਹੀਂ ਤਾਂ ਫਲ ਦੀ ਪ੍ਰਾਪਤੀ ਨਹੀਂ ਹੋਏਗੀ। तो ब्राह्मण इतना सियाना है कि उन्हें पहला ही कंडीशन लगवा दी है कि जब तक ब्राह्मण दे सारा जो है काम दा उहदे दान पुण्य का पूरा अरेंजमेंट नहीं करोगे, किसी चीज़ का फल नहीं मिलेगा। मंत्र पढ़न का, गरुड़ पुराण सुनन का कोई फल नहीं मिलेगा जे ब्राह्मण नूं दान नहीं किया। एक पासे तो कह रहे हैं कि उहदे नाल पाप कट्टे जाते हैं, सुनन नाल, सुनान नाल, प्रेत क्रिया करन नाल पाप कट्टे जाते हैं, गंगा का नाम लैण नाल पाप कट्टे जाते हैं, सालग्राम का चरनामृत ले लो तो पाप कट्टे जाते हैं। पर जे ब्राह्मण नूं दान नहीं दिता तो कोई फल नहीं मिलेगा। फिर अगली गल होर, कथा सुनान वाला जे प्रसन्न हो जावे तो विष्णु जी कहते हैं कि दान करने वाले उत्ते मैं भी प्रसन्न हो जाता हूं। सो ये सारे प्रचलित विश्वास ने जो भारतीय समाज के अंदर बड़े लोगों के मनां दे विच पक्के बैठे हुए सन। गुरु अमरदास पातशाह ने इन्हां सारियां रस्मां तो अपने परिवारक मैंबरां नूं वर्जिया, मना किया कि इन्हां भुलेखा कर्म कांडां दे विच बिल्कुल नहीं पैना। तो ये सब कुछ करन तो उन्होंने मना किया। उन्होंने केवल की प्रेरणा की कि सारे इकट्ठे होके प्रभु परमात्मा का जस गायन करो, हरि का जस गायन करो, कीर्तन करो, निर्वाण जियो। ये अगे सतबाणी च एक पंक्ति भी आएगी, मैं पिछे कीर्तन करो निर्वाण जियो। निर्वाण इच्छा तो रहत होके, किसी भरम वहम में, किसी फल की प्राप्ति की इच्छा रख के नहीं करना, केवल तो केवल प्रभु परमात्मा के गुण गाने हैं, उसकी सिफत करनी है, उसका जस गायन करना है। ये गुरु अमरदास पातशाह। और क्योंकि प्रचलित जिहड़ियां क्रियावां ने उन्होंने अंदर फुल, दीवा, पिंड, पत्तल, क्रिया, ये सारिया चीज़ां आम प्रचलित ने। लोगों को लगता है कि जब तक ये गिनती पूरी ना होवे ते रस्म पूरी नहीं होती। तो गुरु अमरदास पातशाह ने स्पैशली ये गल आखी कि भाई ये सारिया चीज़ां नूं तां मैं सत्संगत तो वार दिंदा, कुर्बान करदा इन्हां सब नूं। ये सारिया चीज़ां मैं सत्संगत तो कुर्बान करदा। पर हुण क्योंकि ये नाम आ गए, बाबा सुंदर जी ने भी इन्हां दा रेफरेंस दे दिता उस सतबाणी दे अंदर, लोगों ने ये अर्थ पुठे करने शुरू कर दिए। उन्होंने कहा देख लो जी, गुरु अमरदास पातशाह की डायरेक्शन है, पिंड, पत्तल, क्रिया, दीवा, फुल, ये सारे काम करने ने। वो कह रहे हैं कि मैं इन्हों सत्संगत तो कुर्बान कर दिता है, तो लोग अर्थ करी जा रहे हैं कि ये करने वास्ते कह गए ने गुरु साहब। तो ये असीं डिटेल जो 5वीं पौड़ी की विचार करांगे, उत्थे बकायदा जो व्याकरण के नियम हैं जिसके मुताबक जो सही अर्थ बनते हैं उन्होंने डिटेल विचार करांगे। पर फिर भी इस वक्त ये मैंशन करना जरूरी है कि गुरु अमरदास पातशाह ने तो ऐसिया सारिया क्रियावां नूं, सारे भरमां वहमां नूं मना किया और प्रभु का जस गायन करन दी ही सेध दिती। पर उस सब कुछ के बावजूद जो लोगों के मनां दे अंदर जिहड़े पुराने संस्कार बैठे हुए हैं वो इन्ने सौखे किए जाते नहीं हैं। तो ऐसे प्रचारक श्रेणी के भी बड़े सारे बंदे ने
ਜਿਹੜੇ ਇਹੋ ਜਿਹੇ ਅਰਥ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ ਕਿ ਦੇਖੋ ਜੀ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਪੰਡਤਾਂ ਨੂੰ ਬੁਲਾਉਣਾ ਚਾਹੀਦਾ ਹੈ ਤੇ ਇਹ ਸਾਰੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਵਗੈਰਾ ਇਹ ਸਾਰੇ ਕਰਮ ਕਰਨੇ ਚਾਹੀਦੇ ਨੇ। ਇਹ ਸਿੱਖੀ ਸਰੂਪ ਵਾਲੇ ਪ੍ਰਚਾਰਕਾਂ ਪਾਸੋਂ ਇਹ ਗੱਲ ਮੈਂ ਸੁਣੀ ਹੋਈ ਹੈ। ਪਰ ਸਾਡਾ ਇਹ ਮੰਨਣਾ ਹੈ ਕਿ ਗੁਰਬਾਣੀ ਦਾ ਸਹੀ ਭਾਵ ਅਰਥ ਸਮਝਣਾ ਹੋਵੇ, ਗੁਰਬਾਣੀ ਦੇ ਅੰਦਰੂਨੀ ਗਵਾਹੀ ਜਿਹੜੀ ਹੈ, ਗੁਰਬਾਣੀ ਦੇ ਅੰਦਰ ਸੈਲਫ ਕੰਟਰਡਿਕਸ਼ਨ ਨਹੀਂ ਹੋ ਸਕਦੀ, ਇਹ ਸਾਡਾ ਮੰਨਣਾ ਹੈ। ਤਾਂ ਇਹ ਨਹੀਂ ਹੋ ਸਕਦਾ ਕਿ ਇੱਕ ਗੁਰਬਾਣੀ ਦੇ ਹਿੱਸੇ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਹੋਣ ਕਿ ਸਾਰੇ ਕਰਮਕਾਂਡ ਕਰੋ, ਦੂਜੀ ਜਗ੍ਹਾ ਕਿਧਰੇ ਕਹਿੰਦੇ ਹੋਣ ਕਿ ਨਹੀਂ ਕਰਮਕਾਂਡ ਨਹੀਂ ਕਰਨੇ ਚਾਹੀਦੇ, ਸਤਸੰਗਤ ਵਿੱਚ ਜੁੜਨਾ ਚਾਹੀਦਾ ਹੈ, ਭਰਮ ਵਹਿਮ ਨਹੀਂ ਕਰਨੇ ਚਾਹੀਦੇ, ਤੇ ਦੂਜੇ ਪਾਸੇ ਕਿਧਰੇ ਕਹਿੰਦੇ ਹੋਣ ਕਿ ਨਹੀਂ ਆ ਜਿਹੜੀਆਂ ਬਾਹਮਣ ਦੀਆਂ ਦਸੀਆਂ ਰਸਮਾਂ ਨੇ ਇਹ ਸਭ ਕਰਨੀਆਂ ਚਾਹੀਦੀਆਂ ਨੇ, ਇਹ ਮੁਮਕਿਨ ਨਹੀਂ ਹੈ। ਉਹ ਇਸ ਕਰਕੇ ਅਸੀਂ ਗੁਰਬਾਣੀ ਦੇ ਜੋ ਅੰਦਰੂਨੀ ਗਵਾਹੀ ਹੈ ਔਰ ਗੁਰਬਾਣੀ ਦੇ ਜੋ ਅੰਦਰੂਨੀ ਵਿਆਕਰਣ ਦੇ ਜੋ ਨਿਯਮ ਹਨ ਉਹਨਾਂ ਦੇ ਮੁਤਾਬਕ ਹੀ ਇਸ ਸਤਬਾਣੀ ਦੇ ਅਰਥ ਕਰਾਂਗੇ। ਇਹ ਸਭ ਤੋਂ ਜ਼ਿਆਦਾ ਜੋ ਇਸ ਕੰਮ ਵਿੱਚ ਜਿਹਦੇ ਸਿਗਨੀਫੀਕੈਂਸ ਹੈ, ਜਿਹਦੀ ਅਹਿਮੀਅਤ ਹੈ, ਉਹ ਇਸ ਬਾਣੀ ਦੀ ਜੋ ਪੌੜੀ ਨੰਬਰ 5 ਹੈ, ਜਿਹਦੇ ਵਿੱਚ ਲੋਕਾਂ ਨੇ ਕਨਫਿਊਜ਼ਨ ਸਭ ਤੋਂ ਜ਼ਿਆਦਾ ਪਾਇਆ ਹੋਇਆ ਹੈ। ਤੋ ਉਹਦਾ ਸਿਰਫ ਟੂਕ ਮਾਤਰ ਮੈਂ ਰੈਫਰੈਂਸ ਦੇ ਰਿਹਾ ਹਾਂ ਕਿ ਇਹਦੇ ਵਿੱਚ ਜਿਹੜੀ ਗੱਲ ਆਈ ਹੈ, ਗੁਰੂ ਸਾਹਿਬ ਕਹਿੰਦੇ ਨੇ, ਜੋ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਬਾਬਾ ਸੁੰਦਰ ਜੀ ਨੇ ਜਿਵੇਂ ਬਿਆਨ ਕੀਤਾ ਹੈ ਕਿ ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ। ਇਹ ਉਹਨਾਂ ਵੱਲੋਂ ਡਾਇਰੈਕਸ਼ਨ ਹੈ ਕਿ ਹਰੀ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਕੀ ਕਰਨੀ ਹੈ, ਹਰੀ ਦਾ ਨਾਮ ਹੀ ਸੁਣਨਾ ਹੈ। ਕਿਧਰੇ ਨਹੀਂ ਲਿਖਿਆ ਵੀ ਗਰੁੜ ਪੁਰਾਣ ਸੁਣਨਾ ਹੈ, ਗਰੁੜ ਪੁਰਾਣ ਦੀ ਕਥਾ ਸੁਣਨੀ ਹੈ। तो इस गल नूं दिमाग च बैकग्राउंड ध्यान च रख के जो है इस बाणी के विचार असीं करांगे। तो एक गल होर भी इत्थे करनी बनती है कि ये जिहड़ी अंतिम समय की रस्मां ने किरिया दियां और पिंड भरान दियां, इहदे बारे गुरु नानक पातशाह का उच्चारण किया होया भी एक शब्द जिहड़ा है गुरबाणी सानूं प्राप्त हुंदा है जदों उन्हां दे धार्मिक प्रचार के अपने दौरियां के दौरान गया गए सन। तो उत्थे जिहड़ा उन्होंने एक शब्द उच्चारण किया सीगा कि आसा राग के अंदर वो शब्द है दीवा मेरा एक नाम, दुख विच पाया तेल, उन चानन ओ सुखिया चुका जम स्यों मेल। ते उहदी राह दी पंक्ति है लोका मत को फक्कड़ पाए, लख मड़िया कर एकठे एक रतीले पा। तो उहदे अंदर फिर अगे जिक्र आंदा है पिंड पत्तल मेरे केशो, यह सतनाम करतार, उत्थे उत्थे आ गए पातशाह ये मेरा आधार। गंग बनारस सिफत तुम्हारी नाम है आत्म राहो, साचा नामन तां थी है जा ऐनिस लागे पाओ। एक लोकी होर छमछरी, ब्राह्मण वट पिंड खाए, नानक पिंड बख्शीश का कबू निकूटस नाहे। तो ये सारे दीवा बट्टी पिंड भराने क्रिया कराने फुल हरिद्वार ले जाने ये सारे कर्म जड़े ने गुरु नानक पातशाह ने इस शब्द के अंदर कंडेम कर दिते ने। सो इस शब्द के भी विचार असीं सतबाणी की विचार संपूर्ण होने तो बाद इस शब्द के विचार भी डिटेल करांगे। तो हले सिर्फ मैं शब्द का पाठ आप जी को सरवण कराया है जिस तो तुहानूं थोड़ा जिहा आइडिया हो जाता है भी इन्हां रस्मां दे उत्ते गुरु नानक पातशाह ने बड़े डिटेल इस शब्द के अंदर गल की है। सो ये गल सानूं समझ लेनी चाहिए है कि जो सिद्धांत गुरु नानक पातशाह दे गए ने, गुरु अमरदास पातशाह अपने जिंदगी में प्रैक्टिकली उस तो पुठा काम उल्ट काम तो नहीं कर सकते। ये ठीक है कि गुरु अंगद देव जी की शरण आने तो पहला भी 21 साल 22 साल कई कहते हैं वो हर साल गंगा की यात्रा करते रहे, हरिद्वार जाते रहे, जो ब्राह्मणों की सिखाई हुई जो भी कर्म कांड की क्रिया सी वो सब कुछ वो पहला करते रहे। पर एक बार जो गुरु की शरण च आ गए, गुरु अंगद पातशाह की शरण च आ गए, उस तो बाद वो मुड़ के वो तीरथ यात्रा करने वास्ते हरिद्वार कदी नहीं गए। अपने गुरगद्दी काल दे विच गुरियाई काल दे विच भी केवल एक बारी वो संगतां नूं नाल लैके ते हरिद्वार गए हन। पर उहदे बारे भी गुरु रामदास पातशाह दा गुरबाणी विच लिखिया होया सानूं रेफरेंस मिलता है कि तीरथ उद्यम सतगुर किया सब लोक उदाहरण अर्था। कि गुरु अमरदास पातशाह ने इस तीरथ ते जाके तीर्थ लोकां दे उदाहरण वास्ते ये उद्यम किया कि जिवें गुरु नानक पातशाह ने प्रचारक दौरे किए, लंबियां लंबियां उदासियां जिन्होंने कहा जाता है, कई कई सालों की उदासियां प्रचारक दौरे किए, तिवें ही एक प्रचारक दौरा गुरु अमरदास पातशाह ने भी किया
और उस दौरे के दौरान वो हरिद्वार भी गए। तो स्पैसिफिकली गुरु रामदास पातशाह ने ਉਹਦੇ लफज लिखा है कि तीरथ उद्यम सतगुर किया सब लोक उदाहरण अर्था। सारे लोगों के उधार वास्ते ਉਹਨਾਂ ਦੀ ਭਲਾਈ ਵਾਸਤੇ ਗੁਰੂ ਸਾਹਿਬ ਨੇ ਇਹ ਉਦਮ ਕੀਤਾ। ਕੋਈ ਗੰਗਾ ਮਈਆ ਦੀ ਯਾਤਰਾ ਇਸ਼ਨਾਨ ਕਰਨ ਵਾਸਤੇ ਨਹੀਂ ਸਨ ਗੁਰੂ ਅਮਰਦਾਸ ਗਏ। ਔਰ ਉਸ ਸ਼ਬਦ ਵਿੱਚ ਹੋਰ ਵੀ ਡਿਟੇਲ ਕਾਫੀ ਰਾਮਦਾਸ ਪਾਤਸ਼ਾਹ ਨੇ ਦਿੱਤੀ ਹੈ ਕਿ ਜਿਹੜੇ ਉੱਥੋਂ ਦੇ ਪੁਜਾਰੀ ਸਨ, ਹੋਰ ਜਿਹੜੇ ਕਈ ਸਾਧ ਬਿਰਾਗੀ ਬਰੂਗੀ ਉੱਥੇ ਤੀਰਥਾਂ ਤੇ ਸਨ, ਉਹ ਸਾਰਿਆਂ ਨੂੰ ਭਾਜਣਾ ਪੈ ਗਈਆਂ ਕਿਉਂਕਿ ਉਹਨਾਂ ਦੀ ਜਿਹੜੀ ਸਾਰੇ ਫਾਲੋਅਰ ਸੀਗੇ ਉਹ ਵੀ ਉਹਨਾਂ ਪਾਸੋਂ ਉੱਠ ਕੇ ਤੇ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਆ ਕੇ ਬੈਠ ਗਏ। ਸੋ ਇਹ ਸਾਰਾ ਜਿਹੜਾ ਇਸਦਾ ਬੈਕਗ੍ਰਾਉਂਡ ਹੈ, ਜਿਸ ਬੈਕਗ੍ਰਾਉਂਡ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਜਿਹੜੇ ਅੰਤਮ ਸੰਸਕਾਰ ਵੇਲੇ ਦੀ ਜਿਹੜੀ ਕਿਰਿਆਵਾਂ ਨੇ ਉਹਨਾਂ ਦੇ ਬਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੇਧ ਦਿੱਤੀ ਅਤੇ ਉਹਨਾਂ ਦੇ ਦਿੱਤੀਆਂ ਹੋਈਆਂ ਜਿਹੜੀਆਂ ਸਿੱਖਿਆਵਾਂ ਸੀਗੀਆਂ ਉਹਨਾਂ ਸਿੱਖਿਆਵਾਂ ਦਾ ਹੀ ਜੋ ਸੰਖੇਪ ਰੂਪ ਵਿੱਚ ਵਰਣਨ ਜੋ ਹੈ ਉਹ ਬਾਬਾ ਸੁੰਦਰ ਜੀ ਨੇ ਇਸ ਬਾਣੀ ਵਿੱਚ ਕੀਤਾ ਹੈ। ਤੋ ਇਹਨਾਂ ਦਾ ਪੌੜੀਵਾਰ ਵਿਚਾਰ ਜਿਹੜੀ ਹੈ ਕੱਲ ਤੋਂ ਅਸੀਂ ਆਰੰਭ ਕਰਾਂਗੇ। तो ये जो बैकग्राउंड के जो विचार जो है इन्हों ध्यान च रख के खास तौर बाकी पहलियां 4 पौड़ियां तो 6वीं पौड़ी के कोई इन्ना कन्फ्यूजन नहीं है तो ज़्यादा समझने च भी औखियाई नहीं आती। मेन जो कन्फ्यूजन लोगों ने क्रिएट किया है वो 5वीं पौड़ी च है, उन्होंने जोड़ा है सानू थोड़ा खुला टाइम लगाना पएगा। वो संबंधित जोड़े कुछ एक व्याकरण के नियम हैं उन्होंने भी थोड़ी संखेप जी डिस्कशन करनी पवेगी। तो इस तरीके के नाल असी इस बाणी के जो अर्थां नूं विचार करांगे जो कि कल तो आरंभ किए जाएंगे। सो ये एक अच्छा ये बारे में कई फिर लोगों को जिन्होंने अर्थ समझने में दिक्कत आई पर उंज उन्होंने जो अकीदा सीगा वो गुरबाणी के उत्ते विश्वास पक्का सीगा। गुरु नानक पातशाह के उपदेशों को खास तौर पर जो दीवा मेरा एक नाम वाला शब्द है वो मुताबिक उन्होंने ये सोची सी कि मरण वेले कोई इहो जिहियां क्रियावां गुरमत के फल धारनी नहीं करनियां चाहिए। तो उन्होंने ये भरम होना शुरू हो गया, गल अर्थ उन्होंने समझ आई नहीं। उन्होंने लग्या भी शायद इतने पिंड पत्तल की गल की गई है, पंडित को बुलाने की गल की गई है। तो उन्होंने ये ढकोसला छड्डना शुरू करता कि जी कच्ची बाणी है, ये प्रिथी चंद ने एवं साजिश के अधीन अंदर एंटर कर दी है, ये गुरबाणी है ही नहीं। पर असी ये बारे डिटेल थोड़ी जी ये भी विचार करांगे कि जे अंकों की तरतीब नूं समझिया जाए तो पूरी डिटेल अगर देखा जाए रामकली राग के अंदर जो सारी लगातार इन कंटिन्यूएशन जो अंकों की तरतीब चल रही है वो किधरे भी कोई वाधा घाटा गड़बड़ नहीं हैगी। जे किधरे कोई प्रिथी चंद ने हेरा फेरी करने की कोशिश की होंगी तो उन्हें अपने वालों ये बाणी पाई होंगी तो अंकों की तरतीब बिगड़ जानी सी, पर ऐसा नहीं है। और असलियत की गल यह है कि जे गुरबाणी व्याकरण की नियमों के अनुसार इस बाणी के अर्थ समझे जान तो इन्हों कोई भी गल गुरमत विरोधी नहीं आती, बल्कि सिद्धांतक तौर के उत्ते जो सही सेध है ये बाणी सानू देंदी है। सो ये अंकों की थोड़ी विचार जी है कुछ समा सानू उहदे भी लगाना पवेगा। तो ये अंकों के तरतीब नूं समझ के ताकि साडे मन च ये गल पक्की हो जाए कि इस बाणी की जो ऑथेंटिसिटी है ये बारे साडे मन च कोई शंका नहीं रहना चाहिए। गुरु अर्जन पातशाह ने खुद ये बाणी गुरु ग्रंथ साहब दर्ज की है तो कोई हेरा फेरी वाली कोई कच्ची बाणी नहीं है। सो अज के विचार में असीं इत्थे समाप्त करते हैं जी। अज के विचार नाल संबंधित किसी सज्जन का कोई सवाल या कोई कमेंट हो तो आप जी अपने आप अनम्यूट करके अपनी गल कर सकते हो जी। होइयां भुल्लां दी खिमा। वाहिगुरू जी का खालसा वाहिगुरू जी की फतेह।